स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों जी आए। बहुत बहुत शुक्रिया रंधावा जी। ਸਰਨ ਸਤਿ ਸ਼੍ਰੀ ਅਕਾਲ ਜੀ। ਜਲੰਧਰ ਦੇ ਚੋਣ ਦ੍ਰਿਸ਼ ਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕਰਦੇ ਆ ਮਹੀਨਾ ਪਹਿਲਾਂ, ਤੇ ਤੁਸੀਂ ਇਹਦੇ ਚ ਪਾਰਟਿਸਿਪੇਟ ਜ਼ਰੂਰ ਕਰਿਓ ਕਿਉਂਕਿ ਸਾਡੇ ਨਾਲੋਂ ਤੁਹਾਡੀ ਸਮਝ ਬਹੁਤ ਬਿਹਤਰ ਹੈ ਤੇ ਅਸੀਂ ਉਹ ਤੋਂ ਸਿੱਖਣਾ ਚਾਹਾਂਗੇ। ਦੂਜਾ ਮਾਮਲਾ, ਯਾਰ ਉਹਨਾਂ ਦੇ ਮੁਲਾਂਕਣ ਵੀ ਤੇ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਚੁਣ ਕੇ ਭੇਜ ਦਈਦਾ, ਪਾਰਲੀਮੈਂਟ 'ਚ ਜਾ ਕੇ ਗੁੱਲ ਕੀ ਖੜਾਉਂਦੇ ਆ। ਇਹ ਦੇਖੀਏ ਤਾਂ ਸਹੀ ਕੌਣ ਕਿੰਨੇ ਪ੍ਰਤੀਸ਼ਤ ਹਾਜ਼ਰੀ ਲਵਾ ਕੇ ਆਇਆ, ਕੌਣ ਕੋਈ ਸਵਾਲ ਕਰਦਾ ਹੈ, ਕੌਣ ਸੁੱਚੇ ਮੂੰਹ ਮੁੜਾਉਂਦਾ ਤੇ ਕੌਣ ਜਾਂਦਾ ਹੀ ਨਹੀਂ, ਗੱਲ ਤੋਰ ਨਹੀਂ ਬਣਦੀ ਹੈ। ਪਰ ਇਸੇ ਸਮੇਂ ਬਠਿੰਡੇ ਜੇਲ੍ਹ ਦੇ ਪੰਗੇ ਨੇ ਬਲੀ ਤਾਂ ਲਈ, ਅਜੇ ਹੋਰ ਬਲੀ ਦੀ ਆਸ ਹੈ। ਉਸ ਵੀਡੀਓ ਦਾ ਜ਼ਿਕਰ ਬਾਰ-ਬਾਰ ਜਾਂਚਾਂ 'ਚ ਆਉਣ ਲੱਗਿਆ। ਕਹਿੰਦੇ ਸੀ ਹੁੱਬ ਕੇ ਅਖੇ ਬੜੀ ਸਿਕਿਉਰ, ਪਰਿੰਦਾ ਪਰ ਨਹੀਂ ਮਾਰ ਸਕਦਾ, ਉੱਥੇ ਤਾਂ ਸਿਗਨਲ ਹੀ ਨਹੀਂ ਜਾਂਦੇ। ਅਗਲਿਆਂ ਨੇ ਵੀਡੀਓ ਬਣਾ ਕੇ ਕੈਨੇਡਾ ਦੌਰ ਲਈ ਕੀਤੀ ਆ, ਹੁਣ ਜਾਂਚਾਂ ਕਰਦੇ ਫਿਰੋ। ਚਲੋ, ਸਭ ਤੋਂ ਪਹਿਲਾਂ ਭਾਸਕਰ ਸਾਹਿਬ ਮੈਨੂੰ ਇਹ ਦੱਸੋ, ਜਿਹੜੀ ਪਾਰਟੀ ਸਭ ਤੋਂ ਪਹਿਲਾਂ ਕੈਂਡੀਡੇਟ ਐਲਾਨ ਕਰਦੀ ਸੀ, ਹੁਣ ਉਹ ਸੰਘਰਸ਼ ਕਰ ਰਹੀ ਆ ਨਾਂ ਦੇ ਉੱਤੇ ਵੀ ਕਿਹੜਾ ਹੋਵੇ, ਜਦੋਂ ਦੂਜੀਆਂ ਪਾਰਟੀਆਂ ਨੇ ਆਪਣੇ ਪੱਤੇ ਖੋਲਤੇ ਆ। ਰੰਧਾਵਾ ਜੀ, ਸਭ ਤੋਂ ਪਹਿਲੇ ਮੈਂ ਅਕਾਲੀ ਦਲ ਦੀ ਗੱਲ ਕਰੂੰਗਾ ਔਰ ਮੇਰੇ ਬਹੁਤ ਸਾਰੇ ਅਕਾਲੀ ਆਗੂਆਂ ਨਾਲ ਅੱਜ ਸਵੇਰੇ ਗੱਲ ਹੋਈ ਔਰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਆਪਣੇ ਕੈਂਡੀਡੇਟ ਦੀ ਤਲਾਸ਼ ਦੇ ਵਿੱਚ ਸੰਘਰਸ਼ ਕਿਉਂ ਕਰ ਰਿਹਾ। ਬੀਜੇਪੀ ਨੇ ਕੱਲ ਆਪਣਾ ਕੈਂਡੀਡੇਟ ਤਕਰੀਬਨ ਅਨਾਉਂਸ ਕਰਤਾ, ਹਾਲਾਂਕਿ ਫਾਰਮਲ ਅਨਾਉਂਸਮੈਂਟ ਹੋਣੀ ਬਾਕੀ ਹੈ। ਉਸ ਤੋਂ ਬਾਅਦ ਅਕਾਲੀ ਦਲ ਵਾਸਤੇ ਇਹ ਮਜਬੂਰੀ ਬਣ ਗਿਆ ਕਿ ਇੱਕ ਸਿੱਖ ਫੇਸ ਨੂੰ ਉਹ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਉਤਾਰਨ। ਜਿੱਥੇ ਤੱਕ ਪਵਨ ਕੁਮਾਰ ਟੀਨੂ ਉਹਨਾਂ ਦੀ ਗੱਲ ਹੈ, ਟੀਨੂ ਉਹਨਾਂ ਨਾਲ ਵੀ ਮੇਰੀ ਗੱਲ ਹੋਈ। ਉਹ ਕਹਿੰਦੇ ਨੇ ਪਾਰਟੀ ਜੋ ਵੀ ਫੈਸਲਾ ਕਰੇਗੀ ਪ੍ਰਧਾਨ ਜੀ ਦੇ ਮੈਂ ਨਾਲ ਹਾਂ, ਔਰ ਨਾਲ ਦੇ ਨਾਲ ਉਹ ਸਰਵਨ ਸਿੰਘ ਫਿਲੌਰ ਉਹਨਾਂ ਦਾ ਵਿਰੋਧ ਕਰਦੇ ਹੋਏ ਥੋੜੇ ਬਹੁਤ ਨਜ਼ਰ ਆਉਂਦੇ ਨੇ। ਪਰ ਉਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਜਿਹੜੇ ਜਲੰਧਰ ਤੋਂ ਅਕਾਲੀ ਦਲ ਦੇ ਇੱਕ ਵੱਡੇ ਲੀਡਰਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ, ਉਹਨਾਂ ਦਾ ਕਹਿਣਾ ਹੈ ਕਿ ਸਿੱਖ ਫੇਸ ਦੇ ਨਾਂ ਤੇ ਸਿਰਫ ਸਰਵਨ ਸਿੰਘ ਫਿਲੌਰ ਹੀ ਇਸ ਤਰ੍ਹਾਂ ਦਾ ਚਿਹਰਾ ਹਜੇ ਤੱਕ ਉੱਭਰ ਕੇ ਆ ਰਿਹਾ ਹੈ ਜਿਨ੍ਹਾਂ ਨੂੰ ਅਕਾਲੀ ਦਲ ਆਪਣਾ ਕੈਂਡੀਡੇਟ ਬਣਾ ਸਕਦਾ ਹੈ। ਅੰਤਿਮ ਫੈਸਲਾ ਪ੍ਰਧਾਨ ਜੀ ਨੇ ਕਰਨਾ ਹੈ। ਪ੍ਰਧਾਨ ਜੀ ਨੂੰ ਇਹ ਗੱਲ ਸਮਝ ਤੇ ਆ ਰਹੀ ਹੈ, ਪਰ ਕੁਝ ਗੱਲ ਹੈਗੀ ਹੈ ਜਿਹਦੇ ਕਰਕੇ ਸਰਵਨ ਸਿੰਘ ਫਿਲੌਰ ਦਾ ਜੋ ਲੋਕ ਵਿਰੋਧ ਕਰ ਰਹੇ ਨੇ ਉਹਦੇ ਪ੍ਰੈਸ਼ਰ ਦੇ ਵਿੱਚ ਵੀ ਪ੍ਰਧਾਨ ਜੀ ਲੱਗਦੇ ਨੇ। ਭਾਸਕਰ ਸਾਹਿਬ, ਮੈਨੂੰ ਇਹ ਜ਼ਰੂਰ ਸਮਝਾ ਦਿਓ ਵੀ ਕੀ ਸਰਵਨ ਸਿੰਘ ਫਿਲੌਰ ਅਕਾਲੀ ਦਲ 'ਚ ਹੈਗੇ ਵੀ ਹੈ ਇਸ ਵੇਲੇ? ਤਾਂ ਸੰਕਟ ਇਹ ਆ ਕਿ ਉਹ ਤਾਂ ਪਿੱਛੇ ਢੀਂਡਸਾ ਦਾ ਗਰੁੱਪ ਉਹਦੇ ਨਾਲ ਚੱਲਦੇ ਫਿਰਦੇ ਦਿਸੇ, ਉਹ ਬੀਬੀ ਜਗੀਰ ਕੌਰ ਨਾਲ ਢੀਂਡਸਾ ਦੀਆਂ ਕਈ ਮੀਟਿੰਗਾਂ 'ਚ ਦੇਖੇ ਗਏ, ਜਾਂ ਉਸ ਤੋਂ ਬਾਅਦ ਇੱਕ ਵੱਖਰੇ ਗਰੁੱਪਾਂ 'ਚ ਮੀਟਿੰਗ ਕਰਦੇ ਨਜ਼ਰ ਆਏ। ਜਿਹੜੇ ਸਰਵਨ ਸਿੰਘ ਫਿਲੌਰ ਆ ਉਹਨਾਂ ਨੂੰ ਪਹਿਲਾਂ ਅਕਾਲੀ ਦਲ ਸ਼ਾਮਲ ਕਰਾਉਣਾ ਪਊਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਦੀ ਗੱਲ ਹੋ ਸਕਦੀ ਹੈ। ਇਹ ਵੀ ਤਾਂ ਸਵਾਲ ਹੈ। ਤੁਹਾਡੀ ਸਰਵਨ ਸਿੰਘ ਫਿਲੌਰ ਨਾਲ ਗੱਲ ਹੋਈ ਹੋਏਗੀ? ਜੀ ਬਿਲਕੁਲ, ਸਰਵਨ ਸਿੰਘ ਫਿਲੌਰ ਉਹਨਾਂ ਨਾਲ ਵੀ ਮੇਰੀ ਅੱਜ ਸਵੇਰੇ ਗੱਲ ਹੋਈ ਹੈ। ਉਹ ਇਹ ਮੰਨਦੇ ਤੇ ਹੈਗੇ ਨੇ ਕਿ ਉਹਨਾਂ ਨੂੰ ਪਾਰਟੀ ਨੇ ਕੰਟੈਕਟ ਕੀਤਾ। ਮੈਂ ਜਦ ਉਹਨਾਂ ਨੂੰ ਪੁੱਛਿਆ ਵੀ ਫਿਰ ਕਦੋਂ ਜੁਆਇਨ ਕਰ ਰਹੇ ਹੋ ਪਾਰਟੀ, ਉਹ ਕਹਿੰਦੇ ਮੈਨੂੰ ਹਜੇ ਤੱਕ ਕੋਈ ਸੱਦਾ ਨਹੀਂ ਆਇਆ, ਪਰ ਹਾਂ ਅੱਜ ਕੁਝ ਉਮੀਦ ਹੈਗੀ ਹੈ ਕਿ ਪ੍ਰਧਾਨ ਜੀ ਦਾ ਜਾਂ ਕਿਸੇ ਦਾ ਫੋਨ ਆਏਗਾ, ਉਸ ਤੋਂ ਬਾਅਦ ਮੈਂ ਪਾਰਟੀ ਜੁਆਇਨ ਕਰਨ ਵਾਸਤੇ ਤਿਆਰ ਹਾਂ। ਫਿਲਹਾਲ ਸਰਵਨ ਸਿੰਘ ਫਿਲੌਰ ਉਹਨਾਂ ਆਪਣੇ ਘਰ ਬੈਠ ਕੇ ਸੱਦੇ ਦਾ ਇੰਤਜ਼ਾਰ ਤੇ ਕਰ ਰਹੇ ਨੇ, ਪਰ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੂੰ ਇਹ ਸੱਦਾ ਆਏਗਾ। ਇਹ ਗੱਲ ਵੀ तमाम ਅਕਾਲੀ ਲੀਡਰਾਂ ਤੋਂ ਗੱਲ ਕਰਨ ਤੋਂ ਬਾਅਦ ਲੱਗਦਾ ਹੈ ਕਿ ਸਰਵਨ ਸਿੰਘ ਫਿਲੌਰ ਕੈਂਡੀਡੇਟ ਹੋ ਸਕਦੇ ਨੇ ਅਕਾਲੀ ਦਲ ਦੇ, ਔਰ ਅੱਜ ਜਾਂ ਕੱਲ ਫੈਸਲਾ ਇਸ ਮੁੱਦੇ ਤੇ ਹੋ ਸਕਦਾ ਹੈ। ਪਰ ਸਰਵਨ, ਜਿਹੜੀ ਮੇਰੇ ਕੋਲ ਸੂਚਨਾ ਹੈ ਔਰ ਤੁਹਾਡੀ ਵੀ ਗੱਲਬਾਤ ਹੋਈ ਹੈ, ਸਰਵਨ ਸਿੰਘ ਫਿਲੌਰ ਦਾ ਵਿਰੋਧ ਅੰਦਰੋਂ ਹੋ ਰਿਹਾ। ਸਰਵਨ ਸਿੰਘ ਫਿਲੌਰ ਦਾ ਅੰਦਰੋਂ ਵਿਰੋਧ ਹੋ ਰਿਹਾ, ਕੁਝ ਉਸ ਖਿੱਤੇ ਦੇ ਆਗੂ ਵੀ ਕਰ ਰਿਹਾ ਤੇ ਕੁਝ ਵੱਡੇ ਆਗੂ ਵੀ ਕਰ ਰਿਹਾ। ਸਰਵਨ ਸਿੰਘ ਫਿਲੌਰ ਨੂੰ ਸ਼ਾਮਲ ਕਰਨ ਤੋਂ ਬਾਅਦ ਕੀ ਸਿੱਖ ਪੱਤਾ ਜਿਹੜਾ ਕਿ ਬੀਜੇਪੀ ਖੇਡ ਰਹੀ ਹੈ ਉਹਨੂੰ ਕਾਟ ਕੀਤਾ ਜਾ ਸਕੂਗਾ? ਫਿਰ ਅਕਾਲੀ ਦਲ ਜਿਹਦੇ ਨਾਲ ਵੋਟ ਜੁੜੀ ਹੋਈ ਆ, ਟੀਨੂ ਉਸ ਖਿੱਤੇ ਦਾ ਇੱਕ ਪ੍ਰਮਾਣਿਤ ਆਗੂ ਆ, ਉਹਨੂੰ ਪਾਸੇ ਕਰਕੇ ਇੱਕ ਨੁਕਸਾਨ 'ਚ ਨਹੀਂ ਜਾਊਗੀ? ਜਿੱਥੇ ਤੱਕ ਸਰਵਨ ਸਿੰਘ ਫਿਲੌਰ ਉਹਨਾਂ ਦੀ ਗੱਲ ਹੈਗੀ ਹੈ, ਰੰਧਾਵਾ ਜੀ, ਫਿਲੌਰ ਉਹਨਾਂ ਦਾ ਵੀ ਸੇਮ ਕੌਂਸਟੀਚੁਐਂਸੀ ਅਸੈਂਬਲੀ ਕੌਂਸਟੀਚੁਐਂਸੀ ਰਹੀ ਹੈ ਜਿਹੜੀ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਪਰਿਵਾਰ ਦੀ ਹੈ। ਵਿਕਰਮਜੀਤ ਸਿੰਘ ਜਿੱਥੋਂ ਐਮਐਲਏ ਨੇ ਫਿਲੌਰ ਤੋਂ, ਉੱਥੇ ਜਿਹੜੀ ਸਰਵਨ ਸਿੰਘ ਫਿਲੌਰ ਉਹਨਾਂ ਦੀ ਪੈਂਠ ਕਾਫੀ ਅੱਛੀ ਹੈ। ਇਹ ਆਪਣੇ ਆਪ ਵਿੱਚ ਸਰਵਨ ਸਿੰਘ ਫਿਲੌਰ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈਗੀ ਹੈ। ਹਾਂ, ਵਿਰੋਧ ਸਰਵਨ ਸਿੰਘ ਫਿਲੌਰ ਉਹਨਾਂ ਦਾ ਵੀ ਹੋ ਰਿਹਾ ਹੈ। ਵਿਰੋਧ ਕੌਣ ਕਰ ਰਹੇ ਨੇ? ਉਹ ਵਿਅਕਤੀ, ਖਾਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਦੂਜੇ ਨੰਬਰ ਤੇ ਪਾਵਰਫੁਲ ਲੀਡਰ ਹੈਗੇ ਨੇ, ਉਹਨਾਂ ਦਾ ਵਿਰੋਧ ਕਰਨਾ ਬਣਦਾ ਵੀ ਹੈ, ਕਿਉਂਕਿ ਸਰਵਨ ਸਿੰਘ ਫਿਲੌਰ ਉਹਨਾਂ ਜਾਂ ਉਹਨਾਂ ਦੇ ਬੇਟੇ ਨੇ ਕਦੀ ਉਸ ਲੀਡਰ ਦਾ ਵੀ ਵਿਰੋਧ ਕੀਤਾ ਸੀ। ਉਹਨੇ ਗੱਲ ਜਾ ਕਿੱਥੇ ਰਹੀ ਹੈ ਕਿ ਉਹਨਾਂ ਵੱਡੇ ਲੀਡਰਾਂ ਦਾ ਵਿਰੋਧ ਸਰਵਨ ਸਿੰਘ ਫਿਲੌਰ ਉਹਨਾਂ ਦਾ ਕਰਨਾ ਕਿਤੇ ਉਹਨਾਂ ਦੀ ਟਿਕਟ ਨੂੰ ਇੱਕ ਤਰੀਕੇ ਨਾਲ ਕਿਨਾਰੇ ਤੇ ਨਹੀਂ ਰੱਖ ਦਿੱਤਾ ਜਾਏਗਾ, ਪਰ ਮਜਬੂਰੀ ਲੱਗਦੀ ਹੈ ਕਿ ਹੋਰ ਕੋਈ ਫੇਸ ਹਜੇ ਤੱਕ ਬਤੌਰ ਕੈਂਡੀਡੇਟ ਅਕਾਲੀ ਦਲ ਦੇ ਉੱਭਰ ਕੇ ਨਹੀਂ ਆ ਰਿਹਾ। ਏਦਾਂ ਦੇ ਹਾਲਾਤ ਦੇ ਵਿੱਚ ਸੀਨੀਅਰ ਲੀਡਰਸ਼ਿਪ ਵੀ ਇਹ ਚਾਹੁੰਦੀ ਹੈ ਕਿ ਅਸੀਂ ਇਸ ਜ਼ਿਮਨੀ ਚੋਣਾਂ ਦੇ ਵਿੱਚ ਅੱਛੀ ਪਰਫਾਰਮੈਂਸ ਕਰੀਏ ਔਰ ਘੱਟ ਤੋਂ ਘੱਟ ਦੂਜੇ ਨੰਬਰ ਤੇ ਜ਼ਰੂਰ ਆਈਏ, ਪਰ
ਹਾਲਾਤ ਇਦਾਂ ਦੇ ਨਹੀਂ ਲੱਗਦੇ। ਜਿਸ ਤਰੀਕੇ ਨਾਲ ਅਕਾਲੀ ਦਲ ਕੈਂਡੀਡੇਟ ਦੀ ਚੁਆਇਸ ਦੇ ਉੱਤੇ ਫਸਿਆ ਹੋਇਆ ਲੱਗਦਾ ਹੈ, ਕੰਮ ਕਾਫੀ ਟੇਢਾ ਜਿਹਾ ਲੱਗਦਾ ਹੈ ਅਕਾਲੀ ਦਲ ਵਾਸਤੇ। ਜੀ ਇੰਦਰਪ੍ਰੀਤ ਜੀ, ਇਸੇ ਹੀ ਮਾਮਲੇ ਦੇ ਵਿੱਚ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੂੰਗਾ। ਦਰਅਸਲ ਜਿਹੜੀ ਗੱਲ ਕਹਿ ਰਿਹਾ ਕਿ ਕੋਈ ਚੰਗਾ ਕੈਂਡੀਡੇਟ ਭਾਸਕਰ ਸਾਹਿਬ, ਮੈਨੂੰ ਲੱਗਦਾ ਸਭ ਤੋਂ ਚੰਗਾ ਕੈਂਡੀਡੇਟ ਸਾਰੀਆਂ ਪਾਰਟੀਆਂ ਲਈ ਪਵਨ ਕੁਮਾਰ ਟੀਨੂ ਨੰਬਰ 1 ਤੇ ਹੁੰਦਾ ਸੀ ਜਦੋਂ ਇਲੈਕਸ਼ਨ ਅਨਾਉਂਸ ਵੀ ਨਹੀਂ ਸੀ ਹੋਈ। ਔਰ ਪਵਨ ਕੁਮਾਰ ਟੀਨੂ ਜੇ ਇਸ ਗੱਲ ਨੂੰ ਡਿਨਾਈ ਨਾ ਕਰਨ ਤੇ ਉਹਨਾਂ ਨੂੰ ਕਈ ਪਾਰਟੀਆਂ ਨੇ ਸੰਪਰਕ ਕੀਤਾ ਸੀਗਾ। ਔਰ ਸਾਡੇ ਕੋਲੇ ਪੁਖਤਾ ਸਰੋਤ ਹੈ ਪਾਰਟੀਆਂ ਦੇ ਪੱਧਰਾਂ ਤੋਂ ਕਿ ਉਹਨਾਂ ਦੇ ਪਹਿਲਾਂ ਜੋੜ ਜਮਾ ਕੀ ਸੀਗੇ। ਅਕਾਲੀ ਦਲ ਹੌਲੀ ਹੌਲੀ ਦੁਬਦਾ ਚਾਹ ਕੇ ਜਮਾ ਜੋੜ ਕਰਦਾ, ਗਿਣਤੀਆਂ ਮਿਣਤੀਆਂ ਕਰਦਾ ਇਸ ਜਗ੍ਹਾ ਤੇ ਖੜਾ ਹੈ ਤੇ ਉਹ ਲੜਾਈ ਨੂੰ ਕਿਸ ਤਰੀਕੇ ਨਾਲ ਲੜੇ। ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ, ਉੱਥੇ ਡੇਰਿਆਂ ਦੀ ਰਾਜਨੀਤੀ ਵੀ ਹੈ, ਤੁਸੀਂ ਵੀ ਉਹਨੂੰ ਸਮਝਿਆ, ਇੱਕ ਆਪਣੀ ਜ਼ੁਬਾਨ ਦਿਓ ਇਸ ਮਾਮਲੇ ਤੇ ਵੀ। ਰੰਧਾਵਾ ਸਾਹਿਬ, ਐਕਚੁਅਲੀ ਨਾ ਮੈਂ ਜਿਹੜਾ ਤੁਸੀਂ ਸ਼ਬਦ ਪਹਿਲਾਂ ਯੂਜ਼ ਕੀਤਾ ਸੀ ਨਾ ਕਿ ਜੇ ਫੈਸਲਾ ਹੁੰਦਾ ਉਹ ਤੁਰਤ ਫੁਰਤ ਹੋ ਜੇ ਤਾਂ ਠੀਕ ਹੈ, ਅਗਰ ਉਹ ਡਿਲੇ ਹੁੰਦਾ ਜਾਏ ਫਿਰ ਉਹਦੇ ਚ ਬਹੁਤ ਸਾਰੇ ਹੋਰ ਐਲੀਮੈਂਟਸ ਵੀ ਵਿੱਚ ਆਉਂਦੇ ਰਹਿੰਦੇ ਆ ਤਾਂ ਫੈਸਲੇ ਜਿਹੜੇ ਹੈਗੇ ਉਹ ਕਮਜ਼ੋਰ ਹੁੰਦੇ ਰਹਿੰਦੇ ਆ। ਇੱਥੇ ਵੀ ਇਸ ਮਾਮਲੇ 'ਚ ਵੀ ਇਦਾਂ ਹੀ ਹੋਇਆ। ਬਿਲਕੁਲ ਤੁਹਾਡੀ ਠੀਕ ਗੱਲ ਹੈ ਕਿ ਜਲੰਧਰ ਦੀ ਚੋਣ ਵਾਸਤੇ ਪਵਨ ਕੁਮਾਰ ਟੀਨੂ ਅਕਾਲੀ ਦਲ ਦੇ ਕੈਂਡੀਡੇਟ ਦੇ ਤੌਰ ਤੇ ਸਭ ਤੋਂ ਸਸ਼ਕਤ ਉਮੀਦਵਾਰ ਹੈ। ਮੈਂ ਤੁਹਾਨੂੰ ਪਰਸੋਂ ਵਾਲੇ ਐਪੀਸੋਡ 'ਚ ਵੀ ਕਿਹਾ ਸੀਗਾ ਕਿ ਪਵਨ ਕੁਮਾਰ ਟੀਨੂ ਦਾ ਠੀਕ ਹੈ ਕਿ ਬਸਪਾ ਦੀ ਲੀਡਰਸ਼ਿਪ ਵਿਰੋਧ ਕਰ ਰਹੀ ਹੈ, ਜਿਹੜੇ ਲੀਡਰਸ ਨੇ ਬੜੇ ਉਹਨਾਂ ਦੇ, ਉਹ ਤਾਂ ਵਿਰੋਧ ਕਰ ਰਿਹਾ ਕਿ ਵੀ ਇਹ ਬਸਪਾ ਨੂੰ ਛੱਡ ਕੇ ਗਿਆ ਹੋਇਆ, ਸਾਡੀ ਪਾਰਟੀ ਤੋਂ ਬਾਗੀ ਹੋ ਕੇ ਗਿਆ, ਇਸ ਕਰਕੇ ਇਹਨੂੰ ਅਸੀਂ ਟਿਕਟ ਨਹੀਂ, ਮਤਲਬ ਅਸੀਂ ਇਹਦਾ ਉਹ ਸਮਰਥਨ ਨਹੀਂ ਕਰ ਸਕਦੇ। ਪਰ ਜਿਹੜੀ ਥੱਲੇ ਉਹਨਾਂ ਦਾ ਵਰਕਰ ਹੈ, ਵਰਕਰ ਦੇ ਵਿੱਚ ਅੱਜ ਵੀ ਉਹਦੀ ਉਨੀ ਹੀ ਅੱਛੀ ਪੈਠ ਹੈ ਜਿੰਨੀ ਪਹਿਲਾਂ ਸੀਗੀ, ਉਹਦੇ ਚ ਕੋਈ ਮਤਲਬ ਉਹ ਹੈ ਨਹੀਂ। ਤੇ ਦੂਜੀ ਗੱਲ ਇਹ ਬੱਲਾ, ਜਿਹੜਾ ਤੁਸੀਂ ਡੇਰਿਆਂ ਦੀ ਗੱਲ ਕੀਤੀ, ਉਹ ਬੱਲਾ ਵਾਲੇ ਡੇਰੇ ਨਾਲ ਵੀ ਉਹਨਾਂ ਦਾ ਬਹੁਤ ਅੱਛਾ ਸੰਪਰਕ ਹੈ, ਬਹੁਤ ਇਸੇ ਕਰਕੇ ਹੀ ਉਹ, ਜੇ ਤੁਸੀਂ ਲਾਸਟ ਇਲੈਕਸ਼ਨ ਦੇਖਿਆ ਉਹਨੇ ਬਹੁਤ ਮਜ਼ਬੂਤੀ ਨਾਲ ਲੜਾਈ ਲੜੀ ਸੀ ਉਹਨਾਂ ਨੇ। ਸੋ ਇਹ ਇੱਕ ਉਹਨਾਂ ਦੀ ਪ੍ਰੋਬਲਮ ਸੀ। ਅਗਰ ਮੈਨੂੰ ਲੱਗਦਾ ਕਿ ਅਕਾਲੀ ਦਲ ਉਸੇ ਟਾਈਮ, ਅਗਰ ਕਿਉਂਕਿ ਲੜਨੀ ਤਾਂ ਅਕਾਲੀ ਦਲ ਨਹੀਂ ਸੀ, ਜੇ ਅਕਾਲੀ ਦਲ ਉਸੇ ਟਾਈਮ ਆਪਣੀ ਸੀਟ ਅਨਾਉਂਸ ਕਰ ਦਿੰਦਾ ਤਾਂ ਸ਼ਾਇਦ ਇਹ ਜਿਹੜੀਆਂ ਚੀਜ਼ਾਂ ਦੀ ਅੱਜ ਦਿੱਕਤ ਆ ਰਹੀ ਹੈ ਉਹ ਨਾ ਆਉਂਦੀ। ਠੀਕ ਹੈ ਤੁਹਾਡੀ ਗੱਲ ਵੀ, ਹੁਣ ਜੇ ਤੁਸੀਂ ਆਪਾਂ ਦੂਜੀਆਂ ਪਾਰਟੀਆਂ ਨੂੰ ਦੇਖ ਕੇ ਆਪਣੀ ਚੀਜ਼ ਡਿਸਾਈਡ ਕਰਨੀ ਹੈ ਜਾਂ ਅਸੀਂ ਆਪਣੀ ਮਜ਼ਬੂਤੀ ਦੇਖ ਕੇ ਆਪਣਾ ਚੀਜ਼ ਡਿਸਾਈਡ ਕਰਨੀ ਹੈ। ਫਸੀ ਗੱਲ ਇੱਥੇ ਹੋਈ ਹੈ। ਹੁਣ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਦਾ ਕੈਂਡੀਡੇਟ ਦੇਖ ਕੇ ਆਪਣੇ ਕੈਂਡੀਡੇਟ ਡਿਸਾਈਡ ਕਰ ਰਹੀਆਂ। ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਅਸਲੀ ਹੈ ਉਹ ਹੈ ਕਿ ਮੇਰੀ ਸਟਰੈਂਥ ਕੀ ਹੈ, ਮੇਰੀ ਸਟਰੈਂਥ ਜੋ ਹੈ ਮੈਂ ਲੜਾਈ ਉਸ ਤੇ ਲੜਨੀ ਹੈ, ਨਾ ਕਿ ਦੂਜੀਆਂ ਪਾਰਟੀਆਂ ਦੀ। ਠੀਕ ਹੈ, ਜੇ ਬੀਜੇਪੀ ਨੇ ਇੱਕ ਸਿੱਖ ਚਿਹਰਾ ਦੇਤਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਉੱਥੇ ਸਿੱਖ ਚਿਹਰੇ ਦੀ ਤਲਾਸ਼ ਕਰੋ। ਜਦੋਂ ਤੁਸੀਂ ਜਲੰਧਰ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਚਿਹਰਾ ਇੱਕ ਆਪਣਾ ਬਣਾ ਲਿਆ ਪਵਨ ਕੁਮਾਰ ਟੀਨੂ ਨੂੰ, ਤਾਂ ਮੈਨੂੰ ਲੱਗਦਾ ਹੈ, ਔਰ 2-3 ਵਾਰ ਤੁਹਾਡੇ ਉਹ ਐਮਐਲਏ ਰਹਿ ਚੁੱਕੇ ਹੈ, ਮੁੱਖ ਸੰਸਦੀ ਸਚਿਵ ਰਹਿ ਚੁੱਕੇ, ਤੇ ਫਿਰ ਉਹਨਾਂ ਨੂੰ ਤੁਸੀਂ 2 ਟਿਕਟ ਔਰ ਉਹਨਾਂ ਨੂੰ ਕਹੋ ਮਜ਼ਬੂਤੀ ਨਾਲ ਲੜਨ, ਤੇ ਇਹ ਜ਼ਿਆਦਾ ਸੌਖਾ ਹੁੰਦਾ ਅਕਾਲੀ ਦਲ ਵਾਸਤੇ, ਜੋ ਮੈਨੂੰ ਲੱਗਦਾ ਕਿ ਹੁਣ ਪਾਰਟੀ ਲਈ ਉਨਾ ਹੀ ਔਖਾ ਹੁੰਦਾ ਜਾ ਰਿਹਾ। ਜਿਹੜੇ ਲੋਕਲ ਸਮੀਕਰਨ ਹੁੰਦੇ ਆ, ਸਥਾਨਕ ਸਮੀਕਰਨ, ਤੁਸੀਂ ਉਹਨਾਂ ਨੂੰ ਦਰਕਨਾਰ ਨਹੀਂ ਕਰ ਸਕਦੇ। ਚਿਹਰਿਆਂ ਦੀ ਰਾਜਨੀਤੀ ਨਾਲੋਂ ਜ਼ਿਮਨੀ ਚੋਣਾਂ ਦੇ ਵਿੱਚ ਥੱਲੇ ਦੇ ਜਿਹੜੀ ਗਰਾਊਂਡ ਦੇ ਉੱਤੇ ਜੋ ਸਚਾਈ ਹੈ ਉਹਨੂੰ ਦਰਕਨਾਰ ਕਰਨਾ ਵੀ ਔਖਾ ਹੁੰਦਾ ਹੈ ਔਰ ਉਹਨੂੰ ਪਾਸੇ ਨਹੀਂ ਰੱਖਣਾ ਚਾਹੀਦਾ। ਔਰ ਪਾਰਟੀਆਂ ਤਾਂ ਜਾਣੀਆਂ ਹੀ ਜਾਂਦੀਆਂ ਨੇ, ਪੁਰਾਣੀਆਂ ਪਾਰਟੀਆਂ, ਨੈਰੇਟਿਵ ਸੈੱਟ ਕਰਨ ਲਈ। ਬੀਜੇਪੀ ਨੇ ਬਹੁਤ ਕਲੀਅਰ, ਤੁਸੀਂ ਉਹਦੇ ਨਾਲ ਲੱਖ ਅਸਹਿਮਤ ਹੋਵੋ, ਤੁਸੀਂ ਉਹਦੀ ਵਿਚਾਰਧਾਰਾ ਨਾਲ ਬਿਲਕੁਲ ਸਹਿਮਤ ਨਾ ਹੋਵੋ, ਪਰ ਉਹ ਤਾਂ ਜੋ ਉਹਨਾਂ ਨੇ ਕਰਨਾ ਉਹ ਕਰ ਰਹੇ, ਤੇ ਉਹ ਕੁਝ ਲੁਕਾ ਕੇ ਤਾਂ ਨਹੀਂ ਕਰ ਰਹੇ। ਉਹ ਮੈਜੋਰਟੀ ਦੀ ਰਾਜਨੀਤੀ ਕਰਦੇ ਆ, ਉਹ ਬਹੁਮਤਵਾਦ ਦੇ ਨਾਲ ਜੁੜੇ ਹੋਏ ਆ। ਉਹਨਾਂ ਨੇ ਦੇਸ਼ ਦੇ ਵਿੱਚ ਵੀ ਬਹੁਮਤਵਾਦ ਦੀ ਰਾਜਨੀਤੀ ਕੀਤੀ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਉਹੀ ਚੁਣਿਆ। ਉਹਨਾਂ ਨੇ, ਤੁਸੀਂ ਉਹਨਾਂ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਤੁਹਾਡੀ ਚੋਇਸ ਆ। ਅਕਾਲੀ ਦਲ ਨੇ ਸਭ ਤੋਂ ਪਹਿਲਾਂ ਇਹੀ ਤਾਂ ਸੈੱਟ ਕਰਨਾ ਸੀ ਨੈਰੇਟਿਵ ਕਿ ਤੁਸੀਂ ਕਿਹੜੀ ਪੋਲਿਟਿਕਸ ਕਰ ਰਹੇ ਹੋ। ਤੁਸੀਂ ਪੋਲਿਟਿਕਸ, ਤੁਸੀਂ ਤਾਂ ਪੁੱਛਣ ਵੀ ਨਹੀਂ ਜਾਣਾ, ਤੁਸੀਂ ਤਾਂ ਪਰਿਵਾਰ ਦੇ ਵਿੱਚ ਫੈਸਲੇ ਕਰਦੇ ਰਹੇ ਹੋ। ਤੁਸੀਂ ਪਾਰਟੀ ਦੀ ਕੋਰ ਕਮੇਟੀ ਕਦੇ ਵੀ ਸੱਦ ਸਕਦੇ ਹੋ, ਤੁਸੀਂ ਕਿਸੇ ਡਿਨਰ ਲੰਚ ਤੇ ਬਹਿ ਕੇ ਵੀ ਫੈਸਲੇ ਕਰ ਸਕਦੇ ਸੀ। ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਹੁਣ ਫੈਸਲੇ ਲੈਣ 'ਚ ਜਿੰਨੇ ਸਮਰੱਥ ਮੰਨੇ ਜਾਂਦੇ ਹੁੰਦੇ ਸੀ, ਉਨੇ ਹੀ ਉਹ ਦੁਬਦਾਵਾਂ ਦੇ ਸ਼ਿਕਾਰ ਨੇ। ਮੈਂ ਉਤੋਂ ਅੱਗੇ ਜਾਊਂਗਾ, ਹੁਣ ਜੇ ਕੋਈ ਟਿੱਪਣੀ ਤੁਸੀਂ ਦੇਣੀ ਤਾਂ ਜ਼ਰੂਰ ਦਿਓ, ਲੇਕਿਨ ਮੈਨੂੰ ਲੱਗਦਾ ਕਿ ਕਾਂਗਰਸ ਦਾ ਹਾਲ ਵੀ ਬੜਾ ਅਜੀਬੋ-ਗਰੀਬ ਹੋ ਗਿਆ। ਸਭ ਤੋਂ ਪਹਿਲਾਂ ਟਿਕਟਾਂ ਅਨਾਉਂਸ ਕਰਨ ਤੋਂ ਬਾਅਦ ਸਾਫ਼ ਚਿਹਰੇ ਨਾਲ ਉਹ ਕਲੀਅਰ ਹੋ ਕੇ ਆਉਂਦੇ ਆ, ਸਿੰਪਥੀ ਵੋਟ ਦਾ ਨਜ਼ਰੀਆ ਵੀ ਉੱਥੇ ਪਿਆ ਸੀਗਾ, ਔਰ ਉਸ ਤੋਂ ਬਾਅਦ ਉਹ ਕੈਂਪੇਨ ਸ਼ੁਰੂ ਕਰਕੇ ਅੱਜ ਠੰਡੇ ਪੈ ਗਏ। ਅੱਜ ਉਹਨਾਂ ਦੀ ਲੜਾਈ ਧੜਿਆਂ 'ਚ ਵੰਡ ਕੇ ਰਹਿ ਗਈ। ਜਿਹੜੀ ਲੜਾਈ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ ਦੀ ਅਗਵਾਈ 'ਚ ਲੜ ਰਹੇ ਸੀ ਇੱਥੇ, ਉਹ ਮਿੱਠੀ ਪੈ ਗਈ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਆਸੇ-ਪਾਸੇ ਵੀ ਉਦਣ ਚੌਧਰੀ ਦਾ ਪਰਿਵਾਰ ਬੈਠਾ ਸੀ। ਹੁਣ ਵੇਖਣ ਵਾਲੀ ਗੱਲ ਹੈ ਕਿ ਵੋਟ ਕਿਹੜਾ ਲੀਡਰ ਖਿੱਚਦਾ, ਲੀਡਰ ਕਿਹੜਾ ਖਿੱਚਦਾ, ਜਾਂ ਕਾਂਗਰਸ ਆਪਣੇ ਵਰਕਰ ਬੇਸ ਤੇ ਲੜਨਾ ਚਾਹੁੰਦੀ ਹੈ, ਇਹ ਵੀ ਸਵਾਲ ਆ।
ਰੰਧਾਵਾ ਸਾਹਿਬ ਐਕਚੁਅਲੀ ਜਿਹੜੀ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ, ਠੀਕ ਹੈ ਕਿ ਉਹ ਬਹੁਮਤ ਵਾਲੇ ਪਾਸੇ ਨੂੰ ਚੱਲਦੀ ਹੈ, ਜਿੱਥੇ ਜ਼ਿਆਦਾ ਉਹ ਹੈਗਾ ਵੋਟ ਉੱਥੇ ਹੀ ਜ਼ਿਆਦਾ ਜਾਂਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਇਹ ਕਈ ਤਰ੍ਹਾਂ ਦੇ ਪ੍ਰਯੋਗ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ। ਜਿਵੇਂ ਹਰਿਆਣਾ ਦੇ ਵਿੱਚ ਤੁਸੀਂ ਦੇਖੋ, ਉੱਥੇ ਉਹਨਾਂ ਨੇ ਟਾਈਮ ਟੂ ਟਾਈਮ ਪ੍ਰਯੋਗ ਅਲੱਗ ਕੀਤਾ। 2014 ਚ ਵੀ ਉਹਨਾਂ ਨੇ ਗੈਰ ਜਾਟ ਦੀ ਰਾਜਨੀਤੀ ਅਪਣਾਈ ਔਰ ਕੋਈ ਜਾਟ ਲੀਡਰ ਇੱਕ ਅੱਧ ਨੂੰ ਛੋੜ ਕੇ ਕਿਸੇ ਜਾਟ ਲੀਡਰ ਨੂੰ ਟਿਕਟ ਨਹੀਂ ਦਿੱਤੀ। ਇਹ ਕਿਹਾ ਗਿਆ ਉੱਥੇ ਕਿ ਜਾਟ ਲੀਡਰ ਹੀ ਸਰਕਾਰ ਚਲਾ ਸਕਦੇ ਆ, ਪਰ ਉਹਨਾਂ ਨੇ ਰੋਹਤਕ ਤੋਂ ਇੱਕ ਬੰਦਾ ਚੁੱਕਿਆ ਪੰਜਾਬੀ ਸਮੁਦਾਇ ਦਾ, ਤੇ ਉਹਨੂੰ ਉੱਥੇ ਲਿਆ ਕੇ ਟਿਕਟ ਦਿੱਤੀ ਔਰ ਸੀਐਮ ਬਣਾਇਆ। ਅੱਜ ਸਫਲਤਾ ਨਾਲ ਉਹ ਚੱਲ ਰਹੇ ਆ। ਇਸ ਤਰ੍ਹਾਂ ਦੇ ਪ੍ਰਯੋਗ ਹੋਰ ਵੀ ਥਾਵਾਂ ਤੇ ਕਰਦੇ ਆ, ਇੱਥੇ ਵੀ ਉਹ ਸੇਮ ਪ੍ਰਯੋਗ ਕਰ ਰਹੇ ਆ। ਇੰਦਰਪ੍ਰੀਤ ਜੀ, ਜਦੋਂ ਤੁਸੀਂ ਪੱਤੇ ਸਾਫ਼ ਕਰ ਦਿੰਦੇ ਹੋ ਨਾ, ਗੱਲ ਇਹ ਨਹੀਂ ਕਿ ਕਿੱਥੇ ਵਰਗੀਕਰਨ ਕਿਹੋ ਜਿਹਾ, ਉਹ ਸਾਫ਼ ਕਰ ਰਿਹਾ ਕਿ ਅਸੀਂ ਧਰਮਾਂ ਦੀ ਰਾਜਨੀਤੀ ਕਰਦੇ ਹਾਂ ਤੇ ਨੰਗੇ ਚਿੱਟੇ ਰੂਪ ਚ ਕਰਦੇ ਹਾਂ। ਉੱਥੇ ਜਾਟ ਜਾਂ ਬਾਕੀ ਮਾਮਲਾ ਨਹੀਂ, ਉਹਨਾਂ ਦੀ ਵਿਚਾਰ ਨਾਲ ਕਿੱਥੇ ਉਹਨਾਂ ਨੂੰ ਵਾਰਾ ਖਾਂਦਾ। ਪੰਜਾਬ ਦੇ ਵਿੱਚ ਉਹਨਾਂ ਦੀ ਰਾਜਨੀਤੀ ਕਿਤੇ ਨਹੀਂ ਹੈ। ਪੰਜਾਬ ਦੇ ਵਿੱਚ ਪੂਰੇ ਦੇਸ਼ ਨਾਲੋਂ ਉਹਨਾਂ ਨੂੰ ਰਾਜਨੀਤੀ ਵੱਖਰੀ ਕਰਨੀ ਪੈਣੀ ਸੀ, ਤੇ ਉਹਨਾਂ ਨੂੰ ਲੱਗਿਆ ਕਿ ਜੇ ਜਸਟੀਫਿਕੇਸ਼ਨ ਆਪਣੀ ਧਾਰਾ ਦੀ ਦੇਣੀ ਆ, ਜਿੱਦਾਂ ਕਦੇ ਅਮਰਤਪਾਲ ਵੀ ਕਹਿੰਦਾ ਹੁੰਦਾ ਸੀ ਤੁਸੀਂ ਹਿੰਦੂ ਰਾਸ਼ਟਰ ਬਣਾ ਲਓ, ਸਾਨੂੰ ਸਾਡਾ ਕੰਮ ਕਰਨ ਦਿਓ। ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਪੱਤੇ ਸਾਫ਼ ਕਰਤੇ ਆ ਕਿ ਅਸੀਂ ਘੱਟ ਗਿਣਤੀ ਬਹੁ ਗਿਣਤੀ 'ਚ ਨਹੀਂ ਜਾ ਰਹੇ, ਅਸੀਂ ਇੱਥੇ ਸਿੱਖ ਚੂਜ਼ ਕਰ ਰਹੇ ਹਾਂ ਔਰ ਸਾਨੂੰ ਸਿੱਖ ਵਾਰਾ ਖਾਂਦੇ, ਭਾਵੇਂ ਉਹ ਘੱਟ ਗਿਣਤੀ 'ਚ ਹੈ, ਔਰ ਉਹਨਾਂ ਨਾਲ ਸਾਨੂੰ ਚੱਲਣ 'ਚ ਕੋਈ ਮੁਸ਼ਕਲ ਨਹੀਂ। ਔਰ ਉਹ ਤਜਰਬਾ ਕਰਕੇ ਦੋ ਤਰੀਕੇ ਨਾਲ ਚੱਲ ਰਹੇ, ਇੱਕ ਤਾਂ ਕਾਂਗਰਸ ਦੀ ਪੱਟੀ ਪੇਸ ਰਿਹਾ, ਦੂਜੇ ਬੰਨੇ ਅਕਾਲੀ ਦਲ ਨੂੰ ਸ਼ੀਸ਼ਾ ਵਿਖਾ ਰਿਹਾ ਕਿ ਭਾਈ ਹੁਣ ਤੇਰਾ ਉਹ ਚਿਹਰਾ ਨਹੀਂ ਰਿਹਾ, ਅਸੀਂ ਪੰਥਕ ਹੋ ਕੇ ਤੈਨੂੰ ਵਿਖਾਉਂਦੇ ਆ, ਅਸੀਂ ਸਿੱਖਾਂ ਦੀ ਰਾਜਨੀਤੀ ਕਰਾਂਗੇ। ਮੇਰਾ ਖਿਆਲ ਇਹ ਸਵਾਲ ਲੱਗਿਆ ਭਾਸਕਰ ਸਾਹਿਬ ਜੀ। ਬਿਲਕੁਲ ਬਿਲकुल ਸਵਾਲ ਇਹੀ ਹੈ। ਔਰ ਜਿਸ ਤਰੀਕੇ ਨਾਲ ਭਾਜਪਾ ਨੇ ਇੱਕ ਪੰਥਕ ਚਿਹਰੇ ਨੂੰ ਆਪਣਾ ਕੈਂਡੀਡੇਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਅਕਾਲੀ ਦਲ ਵਾਸਤੇ ਇਹੀ ਮਜਬੂਰੀ ਹੈ ਕਿ ਉਹਨਾਂ ਨੂੰ ਵੀ ਹੁਣ ਪੰਥਕ ਚਿਹਰਾ ਹੀ ਉਤਾਰਨਾ ਪਏਗਾ, ਇੱਕ ਸਿੱਖ ਕੈਂਡੀਡੇਟ ਬਣਾਉਣਾ ਪਏਗਾ। ਪਰ ਚਲੋ ਅੱਗੇ ਚੱਲ ਕੇ ਕੀ ਕਹਿੰਦੇ ਆ ਸਾਨੂੰ ਨਹੀਂ ਪਤਾ। ਤੁਸੀਂ ਗੱਲ ਕੀਤੀ ਕਾਂਗਰਸ ਦੀ, ਕਾਂਗਰਸ ਨੇ ਸਭ ਤੋਂ ਪਹਿਲੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਸੀ, ਪਰ ਹੁਣ ਕੈਂਪੇਨ ਕਾਂਗਰਸ ਦਾ ਹੀ ਸਭ ਤੋਂ ਜ਼ਿਆਦਾ ਠੰਡਾ ਮਿੱਠਾ ਚੱਲ ਰਿਹਾ। ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚੌਧਰੀ ਪਰਿਵਾਰ ਦੇ ਘਰ ਗਏ ਅਫਸੋਸ ਕਰਨ, ਔਰ ਜਦ ਉਹ ਅਫਸੋਸ ਕਰਨ ਜਾਂਦੇ ਨੇ ਉਸ ਤੋਂ ਪਹਿਲੇ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ, ਉਹ ਚੌਧਰੀ ਉਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੇ ਨੇ। ਇੱਕ ਕਮਰਾ ਉਹਨਾਂ ਨੂੰ ਸਪੈਸ਼ਲ ਬਿਲਕੁਲ ਅਲਾਟ ਕੀਤਾ ਹੋਇਆ ਜਿੱਥੇ ਪੂਰੀ ਸੁਵਿਧਾਵਾਂ ਹੈਗੀਆਂ। ਪਰ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਗਏ ਸੀ ਉੱਥੇ, ਕੀ ਪ੍ਰਤਾਪ ਸਿੰਘ ਬਾਜਵਾ ਉੱਥੇ ਸੀਗੇ ਜਾਂ ਫਿਰ ਚਵਾਰੇ ਤੇ ਹੀ ਰਹਿ ਗਏ, ਥੱਲੇ ਆਏ ਨਹੀਂ? ਕਿਉਂਕਿ ਉਸ ਫੋਟੋ ਫਰੇਮ ਦੇ ਵਿੱਚ ਕਿਸੇ ਵੀ ਜਗ੍ਹਾ ਪ੍ਰਤਾਪ ਸਿੰਘ ਬਾਜਵਾ ਨਹੀਂ ਦੇਖੇ ਗਏ। ਰਾਜਾ ਵੜਿੰਗ ਉਹਨਾਂ ਕਦੀ ਵੀ ਹਜੇ ਤੱਕ, ਜਦੋਂ ਤੋਂ ਨਵਜੋਤ ਸਿੰਘ ਸਿੱਧੂ ਰਿਲੀਜ਼ ਹੋ ਕੇ ਆਏ ਨੇ ਜੇਲ੍ਹ ਤੋਂ, ਇੱਕ ਫਰੇਮ ਦੇ ਵਿੱਚ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਨਹੀਂ ਦੇਖੇ ਗਏ। ਸਿੱਧੂ ਉਹਨਾਂ ਦਾ ਵੈਲਕਮ ਹੁੰਦਾ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਵੀ ਵੱਡੇ ਲੀਡਰ ਕਾਂਗਰਸ ਦੇ ਜਿਹੜੇ ਰਾਜਾ ਵੜਿੰਗ ਉਹਨਾਂ ਦੇ ਜਾਂ ਹੋਰ ਦੂਜੇ ਲੀਡਰਾਂ ਦੇ ਸਾਥੀ ਮੰਨੇ ਜਾਂਦੇ ਨੇ, ਸਿਵਾਏ ਔਜਲਾ ਸਾਹਿਬ ਦੇ ਜਿਹੜੇ ਐਮਪੀ ਹੈਗੇ ਨੇ ਅੰਮ੍ਰਿਤਸਰ ਦੇ, ਕੋਈ ਵੀ ਉੱਥੇ ਵੈਲਕਮ ਕਰਨ ਨਹੀਂ ਆਉਂਦਾ। ਪਰ ਅੱਗੇ ਚੱਲ ਕੇ ਇਹ ਜਿਹੜੀ ਡਿਵਾਈਡਡ ਰਾਜਨੀਤੀ ਹੈ, ਨਵਜੋਤ ਸਿੰਘ ਸਿੱਧੂ ਔਰ ਰਾਜਾ ਵੜਿੰਗ ਉਹਨਾਂ ਦੇ ਵਿੱਚ ਜਿਹੜੇ ਡਿਫਰੈਂਸਸ ਹੈਗੇ ਨੇ, ਉਹ ਜਲੰਧਰ ਕੈਂਪੇਨ ਨੂੰ ਕਿੰਨਾ ਕੁ ਅਸਰ ਪਾਉਂਦੇ ਨੇ ਔਰ ਕਿੰਨਾ ਕੁ ਕਾਂਗਰਸ ਨੂੰ ਪਿੱਛੇ ਧਕੇਲਦੇ ਨੇ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਜਦ ਤੱਕ ਕਾਂਗਰਸ ਯੂਨਾਈਟਿਡ ਨਜ਼ਰ ਨਹੀਂ ਆਏਗੀ, ਉਹਨਾਂ ਦਾ ਕੈਂਪੇਨ ਇੱਥੇ ਨਹੀਂ ਤੁਰੇਗਾ। ਅੱਜ ਭਗਵੰਤ ਮਾਨ ਉਹਨਾਂ ਬਕਾਇਦਾ ਇੱਕ ਰੈਲੀ ਕਰਨ ਆ ਰਹੇ ਨੇ ਕੈਬਨਿਟ ਮੀਟਿੰਗ ਤੋਂ ਬਾਅਦ, ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਰੈਲੀ ਦੇ ਥਰੂ ਉਹ ਆਪਣਾ ਕੈਂਪੇਨ ਤੇ ਚਲਾ ਰਹੇ ਨੇ। ਔਰ ਬਾਜਵਾ ਸਾਹਿਬ ਸਿਰਫ ਤੰਜ ਕਰਕੇ ਕਾਂਗਰਸ ਦੇ ਕੈਂਪੇਨ ਨੂੰ ਨਹੀਂ ਚਲਾ ਸਕਦੇ ਕਿ ਦੇਖੋ ਜੀ 92 ਵਾਲੰਟੀਅਰਸ ਐਮਐਲਏ ਆਮ ਆਦਮੀ ਪਾਰਟੀ ਕੋਲ ਆਪਣਾ ਕੋਈ ਕੈਂਡੀਡੇਟ ਹੀ ਨਹੀਂ ਸੀ ਤੇ ਫਿਰ ਇਹ ਸਾਡੇ ਕੋਲੋਂ ਉਧਾਰ ਲੈ ਕੇ ਗਏ ਨੇ। ਹੁਣ ਇਹਨਾਂ ਗੱਲਾਂ ਦੇ ਨਾਲ ਕੈਂਪੇਨ ਖੜਾ ਨਹੀਂ ਹੋਏਗਾ, ਹੁਣ ਤੇ ਗਾਂਹ ਵਧਣਾ ਪਏਗਾ। ਔਰ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ, ਇਹ ਜਦ ਤੱਕ ਵੱਡੇ ਲੀਡਰ ਇੱਕ ਛਤਰੀ ਥੱਲੇ ਨਹੀਂ ਨਜ਼ਰ ਆਣਗੇ ਤਦ ਤੱਕ ਕਾਂਗਰਸ ਦਾ ਕੈਂਪੇਨ ਜਲੰਧਰ ਦੇ ਵਿੱਚ ਖੜਾ ਨਹੀਂ ਹੋਏਗਾ। ਇੰਦਰਪ੍ਰੀਤ ਜੀ, ਕਾਂਗਰਸ ਦੇ ਆਗੂ ਜਿਹੜੇ ਕਾਂਗਰਸ ਦੀ ਵਾਗਡੋਰ ਸੰਭਾਲ ਰਹੇ ਸੀ, ਉਹਨਾਂ ਦੇ ਵਿੱਚ ਵੀ ਇੱਕ ਡਰ, ਇੱਕ ਫਿਕਰ, ਇੱਕ ਦੁਬਿਧਾ ਹੈ ਕਿ ਹਾਈ ਕਮਾਂਡ ਕੋਈ ਹੋਰ ਫੈਸਲਾ ਨਾ ਕਰਦੇ। ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਜਾਂ ਹਰੀਸ਼ ਚੌਧਰੀ ਕਿਧਰੇ ਨਜ਼ਰ ਨਹੀਂ ਆਏ, ਨਾ ਵੈਲਕਮ ਕਰਨਗੇ, ਨਾ ਸਿੱਧੂ ਉਹਨਾਂ ਨੂੰ ਮਿਲਣ ਆਇਆ, ਨਾ ਇਹ ਸਿੱਧੂ ਨੂੰ ਮਿਲਣਗੇ। ਲੇਕਿਨ ਖੈਰੇ ਨਾਲ ਫੋਟੋ ਜ਼ਰੂਰ ਛਪਦੀ ਹੈ, ਖੜਗੇ ਨਾਲ ਛਪਦੀ ਹੈ, ਰਾਹੁਲ ਗਾਂਧੀ ਪ੍ਰਿਯੰਕਾ ਨਾਲ ਜ਼ਰੂਰ ਛਪਦੀ ਹੈ। ਹੁਣ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਆ, ਉਹਨਾਂ ਦੀ ਪੰਜਾਬ 'ਚ ਕੀ ਭੂਮਿਕਾ ਹੋਏਗੀ? ਕਿਉਂਕਿ ਉਹ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਨੂੰ ਮਿਲਣ ਤੋਂ ਬਾਅਦ ਕਲੀਅਰ ਕਰ ਦਿੰਦੇ ਕਿ ਮੇਰਾ ਪੰਜਾਬ ਤੇ ਮੇਰੇ ਇਸ਼ਟ, ਮੇਰੇ ਗੁਰੂ, ਮੇਰੇ ਮੈਂਟਰ, ਮੇਰੇ ਸਾਰਾ ਕੁਝ ਜੋ ਵੀ ਕਹਿੰਦੇ ਨੇ, ਉਹ ਥੱਲੇ ਵਾਲਿਆਂ ਨੂੰ ਕਾਂਬਾ ਛੇੜ ਦਿੰਦੇ ਆ
ਕਿ ਕੱਲ ਨੂੰ ਫਿਰ ਤੁਸੀਂ ਬਾਹਰੋਂ ਲਿਆ ਕੇ ਉੱਤੋਂ ਸਾਡੇ ਤੇ ਬਿਠਾ ਦੇਣਾ ਤੇ ਅਸੀਂ ਕਿੱਥੇ ਖੜੇ ਆ। ਸੋ ਉਹ ਸਾਰੇ ਦੇ ਸਾਰੇ ਅੱਧੇ ਅਧੂਰੇ ਮਨ 'ਚ ਚਲੇ ਗਏ ਨੇ। ਇਸ ਸਥਿਤੀ ਦੇ ਵਿੱਚ ਇਲੈਕਸ਼ਨ ਕੀ ਲੜਨੀ ਹੁੰਦੀ ਹੈ ਜਦੋਂ ਤੁਹਾਡੇ ਆਪਣੇ ਚਿਹਰੇ ਤੇ ਆਪਣੀਆਂ ਕੁਰਸੀਆਂ ਸੇਫ ਸੁਰੱਖਿਅਤ ਨਾ ਹੋਣ। ਇਹਦਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ। ਬੀਜੇਪੀ ਜਿਸ ਤਰੀਕੇ ਨਾਲ ਮਰਜ਼ੀ ਇਲੈਕਸ਼ਨ ਲੜੇ, ਉਹਨੂੰ ਅਜੇ ਧਰਾਤਲ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਮੁਸ਼ਕਲ ਤਾਂ ਆਊਗੀ। ਇਹ ਅਛੂਤ ਪਾਰਟੀ ਵਾਂਗ ਬਣ ਗਈ ਸੀ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੇ ਵਿੱਚ, ਉਹਨੂੰ ਅਜੇ ਆਪਣਾ ਆਧਾਰ ਬਣਾਉਂਦੇ ਆ ਤੇ ਲੋਕਾਂ ਦੇ ਨਾਲ ਸੰਪਰਕ ਬਣਾਉਂਦੇ ਆ। ਕਿਉਂਕਿ ਬੀਜੇਪੀ ਦਾ ਆਪਣਾ ਕਾਡਰ ਵੀ ਤੇ ਦੁਖੀ ਹੋ ਰਿਹਾ ਹੋਊਗਾ ਨਾ ਕਿ ਤੁਸੀਂ ਬਾਹਰੋਂ ਬੰਦੇ ਲਿਆ ਰਹੇ ਹੋ, ਅਸੀਂ ਤੁਹਾਡੇ ਲਈ ਮਰਦੇ ਰਹੇ, ਸਾਡੇ ਘਰਾਂ ਮੂਹਰੇ ਗੋਹਾ ਸੁੱਟ ਜਾਂਦੇ ਰਹੇ, ਸਾਨੂੰ ਲੋਕ ਗਾਲਾਂ ਕੱਢਦੇ ਰਹੇ, ਅਸੀਂ ਉਦੋਂ ਲੜਦੇ ਰਹੇ, ਅਸੀਂ ਅੰਦਰਾਂ 'ਚ ਵੜ ਕੇ ਗੁਜ਼ਾਰਾ ਕੀਤਾ, ਤੇ ਜਿਸ ਦਿਨ ਹੁਣ ਪਾਰਟੀ ਠੀਕ ਠਾਕ ਤੁਰ ਰਹੀ ਆ ਉਸ ਦਿਨ ਤੁਸੀਂ ਬਾਹਰੋਂ ਬੰਦੇ ਲਿਆਉਂਦੇ ਹੋ। ਇਹ ਸਾਰੀਆਂ ਚੀਜ਼ਾਂ ਤਾਂ ਸਾਹਮਣੇ ਖੜੀਆਂ ਹੋਣਗੀਆਂ ਨਾ ਜੀ। ਬਿਲਕੁਲ ਰੰਧਾਵਾ ਸਾਹਿਬ, ਦੇਖੋ ਕਾਂਗਰਸ ਇੱਕ ਪ੍ਰਯੋਗ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਆਲਰੇਡੀ ਕਰ ਚੁੱਕੀ ਹੈ। ਮੈਨੂੰ ਲੱਗਦਾ ਕਿ ਹੁਣ ਹੋਰ ਇਸ ਤਰ੍ਹਾਂ ਦਾ ਤਾਂ ਪ੍ਰਯੋਗ ਕੋਈ ਹੈ ਨਹੀਂ। ਸਟੇਟ ਦੇ ਵਿੱਚ ਇੱਕ ਸਟੇਟ ਪ੍ਰੈਜ਼ੀਡੈਂਟਸ਼ਿਪ ਹੀ ਹੁੰਦੀ ਹੈ ਜਿਹੜੀ ਮਤਲਬ ਕਿਸੇ ਨੂੰ ਦਿੱਤੀ ਜਾ ਸਕਦੀ ਹੈ, ਉਸ ਤੋਂ ਇਲਾਵਾ ਤਾਂ ਕੋਈ ਹੈ ਨਹੀਂ ਇਦਾਂ ਦਾ। ਕਿਉਂਕਿ ਸਟੇਟ ਦੇ ਬੰਦੇ ਨੂੰ ਸਟੇਟ ਦਾ ਪ੍ਰਭਾਰੀ ਤਾਂ ਨਹੀਂ ਬਣਾਇਆ ਜਾ ਸਕਦਾ, ਇਹ ਆਮ ਤੌਰ ਤੇ ਨਹੀਂ ਹੁੰਦਾ, ਕਦੇ ਕਿਤੇ ਹੋਇਆ ਵੀ ਨਹੀਂ ਹੈ। ਤਾਂ ਉਹਨਾਂ ਕੋਲ ਆਪਸ਼ਨਸ ਕੀ ਨੇ? ਆਪਸ਼ਨਸ ਕੁਝ ਹੈ ਨਹੀਂ, ਉਹਨਾਂ ਕੋਲੇ ਆਲਰੇਡੀ ਇਹ ਪ੍ਰਯੋਗ ਫੇਲ ਹੋ ਚੁੱਕਿਆ। ਸਿੱਧੂ ਨੇ ਖੁਦ ਹੀ ਅਸਤੀਫਾ ਦਿੱਤਾ ਹੈ ਕਿਉਂਕਿ ਸਿੱਧੂ ਦੀ ਇੱਕ ਆਦਤ ਹੈ ਕਿ ਉਹ ਟੀਮ ਨਾਲ ਨਹੀਂ ਚੱਲ ਸਕਦੇ, ਉਹ ਇਕੱਲੇ ਹੀ ਚੱਲਣਾ ਚਾਹੁੰਦੇ ਹੁੰਦੇ ਆ। ਤੇ ਜਦ ਕਿ ਪਾਰਟੀਆਂ ਦੀ ਜਿਹੜੀ ਪਾਰਟੀਆਂ ਹੁੰਦੀਆਂ ਨੇ ਉਹ ਚ ਜਦ ਤੱਕ ਟੀਮ ਨਹੀਂ ਹੈ ਤਾਂ ਤੱਕ ਮੈਨੂੰ ਲੱਗਦਾ ਕਿ ਕੋਈ ਜਿੱਤ ਸਕਦੀ ਵੀ ਨਹੀਂ ਹੈ। ਇਹੀ ਦਿੱਕਤ ਆਊਗੀ, ਕਾਂਗਰਸ ਨੂੰ ਆ ਰਹੀ ਹੈ, ਇਸ ਇਲੈਕਸ਼ਨ 'ਚ ਵੀ ਆਊਗੀ, ਅੱਗੇ ਜਿਹੜੀ 24 ਹੋਣੀ ਹੈ ਉਹਦੇ ਵਿੱਚ ਵੀ ਆਊਗੀ। ਜਦ ਤੱਕ ਕਿ ਉਹਨਾਂ ਨੂੰ ਕੋਈ ਵੀ ਦੌਂ ਖੇਲ ਦੇਣ, ਚਾਹੇ ਗਲਤ ਹੋਵੇ ਸਹੀ, ਉਹਦੇ ਆਕਲਨ ਤਾਂ ਬਾਅਦ ਚੁਣਗੇ, ਲੇਕਿਨ ਖੇਲਣਾ ਉਹਨਾਂ ਨੂੰ ਪਊਗਾ। ਇਸ ਟਾਈਮ ਜਿਹੜਾ ਤੁਸੀਂ ਜਿਹੜੀ ਬੀਜੇਪੀ ਦੀ ਗੱਲ ਕੀਤੀ ਹੈ, ਬੀਜੇਪੀ ਦੇ ਵਿੱਚ ਵੀ ਸੇਮ ਪੋਜੀਸ਼ਨ ਹੈ। ਕੱਲ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਜ਼ਿਆਦਾ ਇਹਨਾਂ ਦੇ ਕਾਡਰ ਦੇ ਬੰਦੇ ਜਿਹੜੇ ਹੈਗੇ ਨੇ ਉਹ ਇਸ ਗੱਲ ਦੇ ਉੱਤੇ ਹੀ ਸੀਗੇ ਕਿ ਯਾਰ ਟਿਕਟ ਕਿਹਨੂੰ ਮਿਲ ਰਹੀ ਹੈ। ਤੇ ਕਿਉਂਕਿ ਉਦੋਂ ਤੱਕ ਜਿਹੜੇ ਡੀਸੀਪੀ ਰਜਿੰਦਰ ਸਿੰਘ ਹੈਗੇ ਆ ਉਹਨਾਂ ਦਾ ਨਾਂ ਹੀ ਚੱਲ ਰਿਹਾ ਸੀ, ਤੇ ਕੱਲ ਅਚਾਨਕ ਦੁਪਹਿਰ ਹੁੰਦੇ ਹੁੰਦੇ ਇਹਨਾਂ ਦਾ ਨਾਂ ਵੀ ਆ ਗਿਆ, ਇੰਦਰ ਅਕਵਾਲ ਜਿਹੜੇ ਹੈਗੇ ਆ ਅਟਵਾਲ। ਤੇ ਉਸ ਤੋਂ ਬਾਅਦ ਸਥਿਤੀਆਂ ਬਿਲਕੁਲ ਡਿਫਰੈਂਟ ਹੋ ਗਈਆਂ। ਹੁਣ ਉਹਨਾਂ ਦਾ ਇਹ ਹੈ ਵੀ ਯਾਰ ਜੇ ਅਸੀਂ ਇੰਨੀ ਲੜਾਈ ਲੜੀ ਹੈ, ਪੂਰਾ 1 ਸਾਲ ਅਸੀਂ ਮਤਲਬ ਕਿਸਾਨਾਂ ਦਾ ਵਿਰੋਧ ਝੇਲਿਆ, ਸਾਡੇ ਐਮਐਲਏ ਨੂੰ ਕੁੱਟਿਆ ਤੱਕ ਗਿਆ, ਨੰਗਾ ਕਰਤਾ ਉੱਥੇ ਅਬੋਹਰ ਦੇ ਵਿੱਚ, ਤੁਸੀਂ ਦੇਖਿਆ ਸੀਗਾ। ਹੁਣ ਉਹ ਬੰਦਾ ਅੱਜ ਕਿੱਥੇ ਹੈ? ਉਹਨੂੰ ਤਾਂ ਕਿਸੇ ਇੱਕ ਇਹਨਾਂ ਨੇ ਜਿਹੜੇ ਡਿਸਟ੍ਰਿਕਟ ਬਣਾਈਆਂ ਨੇ ਕਮੇਟੀਆਂ, ਉਹਦੇ ਵਿੱਚ ਵੀ ਨਹੀਂ ਲਿਆ ਹੋਇਆ ਹੈ। ਹੋਰ ਜਿਹੜੇ ਇਹਨਾਂ ਦੇ ਆਗੂ ਨੇ ਉਹ ਵੀ ਕਿਤੇ ਨਹੀਂ ਸੈੱਟ ਹੈਗੇ। ਤਾਂ ਮੈਨੂੰ ਲੱਗਦਾ ਵੀ ਕਾਡਰ ਦੇ ਵਿੱਚ ਤਾਂ ਨਿਰਾਸ਼ਾ ਆਂਦੀ ਹੋਈ ਹੈ। ਔਰ ਬੀਜੇਪੀ, ਕਾਂਗਰਸ ਤੋਂ ਬਾਅਦ ਬੀਜੇਪੀ ਹੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਕਾਡਰ ਬੇਸਡ ਹੈ ਔਰ ਕਾਡਰ ਬੇਸਡ ਦੇ ਆਧਾਰ ਤੇ ਹੀ ਲੜਦੀ ਹੈ। ਦੇਖੋ ਜੇ ਉਹਨਾਂ ਦਾ ਕਾਡਰ ਨਿਰਾਸ਼ ਹੋ ਕੇ ਜਲੰਧਰ 'ਚ ਬੈਠ ਗਿਆ ਤਾਂ ਉਹਨਾਂ ਦੀ 24 ਵੀ ਮੁਸ਼ਕਿਲ ਹੋ ਜਾਣੀ ਹੈ, ਕਿਉਂਕਿ ਜਿਹੜਾ ਤੁਹਾਡਾ ਮੂਲ ਕਾਡਰ ਹੈ ਤੁਸੀਂ ਉਹਨੂੰ ਨਾਰਾਜ਼ ਨਹੀਂ ਕਰ ਸਕਦੇ। ਠੀਕ ਹੈ, ਤੁਸੀਂ ਕੋਈ ਵੱਡਾ ਚਿਹਰਾ ਲਿਆਏ ਪਾਰਟੀ 'ਚ ਲੜਵਾ ਲਓ ਉਹਨੂੰ, ਉਹ ਸਾਰੀਆਂ ਚੀਜ਼ਾਂ ਠੀਕ ਨੇ, ਪਰ ਜੇ ਕਾਡਰ ਨਾਰਾਜ਼ ਹੋ ਗਿਆ, ਜਿਹਨੇ ਵੋਟ ਕੱਢ ਕੇ ਬੂਥ ਤੱਕ ਲੈ ਕੇ ਜਾਣਾ ਹੈ, ਅਗਰ ਉਹ ਨਾਰਾਜ਼ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਫਿਰ ਪਾਰਟੀ ਲਈ ਮੁਸ਼ਕਿਲ ਵੀ ਖੜੀ ਹੋ ਜਾਏਗੀ। ਮੇਰੀ ਪਿੱਛੇ ਜੇ ਇਹਨਾਂ ਦੇ ਜਿਹੜੇ ਗਜਿੰਦਰ ਸਿੰਘ ਹੈਗੇ ਪ੍ਰਭਾਰੀ ਇੱਥੇ ਰਹੇ ਆ ਪਹਿਲਾਂ, ਔਰ ਵੱਡੀਆਂ ਜੁਆਇਨਿੰਗਸ ਕਰਾਉਂਦੇ ਵੀ ਉਹੀ ਨੇ, ਉਹਨਾਂ ਨਾਲ ਵੀ ਬੜੀ ਇਸ ਮਾਮਲੇ ਤੇ ਖੁੱਲ ਕੇ ਗੱਲ ਹੋਈ ਸੀ। ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਡਿਫਰੈਂਟ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਾਂ, ਪੁਰਾਣੀ ਚੀਜ਼ਾਂ ਨਾਲ ਵੀ ਅਸੀਂ ਚੱਲਦੇ ਹੋਏ ਦੇਖ ਲਿਆ, ਹਜੇ ਤੱਕ ਸਫਲਤਾ ਨਹੀਂ ਮਿਲੀ, ਇਹ ਇੱਕ ਨਵਾਂ ਪ੍ਰਯੋਗ ਹੈ, ਦੇਖਦੇ ਹਾਂ ਜੀ ਇਸ 'ਚ ਵੀ ਸਫਲਤਾ ਮਿਲ ਗਈ ਜਾਂ ਨਹੀਂ ਮਿਲੀ ਤਾਂ ਅਸੀਂ ਫਿਰ ਹਟ ਜਾਾਂਗੇ ਪਿੱਛੇ। ਉਹ ਕਹਿੰਦੇ ਵੀ ਪਾਰਟੀ ਜਦੋਂ ਤੁਰਦੀ ਹੈ ਨਾ, ਬਹੁਤ ਸਾਰੇ ਲੀਡਰ ਸ਼ਾਮਲ ਹੁੰਦੇ ਆ, ਬਹੁਤ ਸਾਰੇ ਬੈਠ ਜਾਂਦੇ ਆ, ਬਹੁਤ ਸਾਰੇ ਅੱਗੇ ਚੱਲਦੇ ਰਹਿੰਦੇ ਆ। ਸੋ ਦੇਖਦੇ ਆ ਵੀ ਇਹ ਸਾਡੇ ਨਾਲ ਕਿੰਨੇ ਕੁ ਲੋਕ ਅੱਗੇ ਚੱਲ ਪਾਣਗੇ ਸਾਡੀ, ਪਰ ਅਸੀਂ ਆਪਣੀ ਵਿਚਾਰਧਾਰਾ ਨੂੰ ਜਿਹੜਾ ਹੈਗਾ ਉਹ ਤਾਕ ਤੇ ਨਹੀਂ ਰੱਖਾਂਗੇ, ਵਿਚਾਰਧਾਰਾ ਤਾਂ ਸਾਡੀ ਰਹੇਗੀ ਉਹ ਰਹੇਗੀ। ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਲ ਸਰੋਤ ਮੰਤਰੀ ਨੇ ਉਹ ਅਜੇ ਵੀ ਪ੍ਰਭਾਵੀ ਨੇ, ਹਾਲਾਂਕਿ ਇੱਥੋਂ ਦੇ ਪ੍ਰਭਾਰੀ ਕਿਸੇ ਹੋਰ ਨੂੰ ਬਣਾਤਾ ਗਿਆ, ਇੱਥੋਂ ਦੀ ਜਿਹੜੀ ਇੰਚਾਰਜ ਨੇ ਹੁਣ ਬੀਜੇਪੀ ਲਈ ਉਹ ਕੋਈ ਹੋਰ ਨੇ, ਸਟੇਟ ਨੂੰ ਕੋਈ ਹੋਰ ਦੇਖਦੇ ਆ। ਚਲੋ ਆਪਾਂ ਜਦੋਂ ਇਹ ਸਾਰੀ ਗੱਲਬਾਤ ਕਰ ਹੀ ਰਹੇ ਆ, ਜਿਹੜੇ ਚੁਣ ਕੇ ਭੇਜੇ ਕਦੇ ਉਹਨਾਂ ਦਾ ਵੀ ਹਾਲ ਜਾਣ ਲਈਏ। ਇਹਨਾਂ ਦਿਨਾਂ 'ਚ ਰਿਪੋਰਟਾਂ ਪ੍ਰਕਾਸ਼ਿਤ ਹੋ ਰਹੀਆਂ ਕੌਣ ਕਿੰਨੇ ਦਿਨ ਪਾਰਲੀਮੈਂਟ 'ਚ ਗਿਆ। ਇਹ ਜਿਹੜੇ ਇੱਥੋਂ ਚੁਣ ਕੇ ਜਾਣਗੇ ਉਹਨਾਂ ਨੇ ਕਿਹੜੀ ਖੋਣ ਖੋ ਦੇਣੀ ਆ, ਮਹੀਨੇ ਤਾਂ ਕੁਝ ਮਿਲਣੇ ਆ ਗਿਣਤੀ ਦੇ, 8-10 ਮਹੀਨਿਆਂ ਬਾਅਦ ਫਿਰ ਮਈ 'ਚ ਇਲੈਕਸ਼ਨ ਆਉਣ ਵਾਲੀ ਆ। ਸੋ ਭਾਸਕਰ ਸਾਹਿਬ ਇੱਕ ਛੋਟੀ ਜਿਹੀ ਟਿੱਪਣੀ ਇੱਥੇ ਦਿਓ ਕਿ ਜਿਹੜੇ 7 ਭੇਜੇ ਸੀ ਰਾਜ ਸਭਾ ਦੇ ਵਿੱਚ, ਇਹਨਾਂ ਨੇ ਵੀ ਉੱਥੇ ਕੋਈ ਚੰਨ ਚਾੜਿਆ ਕਿ ਪੁਰਾਣੇ ਜਿਹੜੇ ਆ ਸੰਨੀ ਦਿਓਲ ਵਰਗੇ ਸਾਡੇ ਗੁਰਦਾਸਪੁਰੀਆਂ ਨੂੰ ਤੇ ਅਜੇ ਮਿਹਣਾ ਲੋਕ ਮਾਰੀ ਜਾਂਦੇ ਆ, ਹੋਰ ਚੁਣ ਲਓ, ਸੈਲੀਬ੍ਰਿਟੀ ਲੱਭਦੇ ਹੋ। ਚਲੋ ਮਰਹੂਮ ਵਿਨੋਦ ਖੰਨਾ ਪਹਿਲਾਂ ਉਹ ਵੀ ਹੁੰਦੇ ਸੀਗੇ, ਪਰ ਸਾਡੇ ਨਾਲ ਤਾਂ ਜੱਗੋਂ 13ਵੀਂ ਹੋ ਹੀ ਜਾਂਦੀ ਆ। ਪਿੱਛੇ ਗੁਰਭਜਨ ਗਿੱਲ ਉਹ ਕਹਿਣ ਲੱਗੇ, ਕਹਿੰਦੇ ਹੁਣ ਅਸੀਂ ਗੁਰਦਾਸਪੁਰੀਏ ਕਿਹੜੇ ਪਾਸੇ ਜਾਈਏ, ਜਦੋਂ 4 ਸਵੇਰੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਬੰਦਾ ਨਹੀਂ ਲੱਭਦਾ, ਇੱਥੋਂ ਬਾਹਰੋਂ ਲੱਭ ਲਿਆਉਂਦੇ ਹੋ ਹਰ ਵਾਰੀ। ਲੋਕ
ਕਿੱਥੇ ਇੰਨੇ ਜੋਗੇ ਹੁੰਦੇ ਆ ਕਿ ਉਹ ਬੰਦੇ ਕਿਦੋਂ ਲਿਆਉਣ? ਬੰਦੇ ਤਾਂ ਪਾਰਟੀਆਂ ਦਿੰਦੀਆਂ ਨੇ। ਮੇਰੇ ਖਿਆਲ ਹੁਣ ਪਾਰਟੀਆਂ ਇਸ ਭੁਚਲਾਵੇ 'ਚ ਲੋਕਾਂ ਨੂੰ ਲਿਆ ਨਹੀਂ ਸਕਣਗੀਆਂ, ਜਿੱਦਾਂ ਦਾ ਗੁਰਦਾਸਪੁਰੀਆਂ ਨੇ ਹਾਲ ਵੇਖ ਲਿਆ। ਗੱਲ ਤੋਰੋ ਕਿ ਪਾਰਲੀਮੈਂਟ ਵਿੱਚ ਕਿੰਨੇ ਕੁ ਸੁੱਚੇ ਮੂੰਹ ਮੁੜ ਆਏ, ਕਿੰਨੇ ਕੁ ਜਾ ਕੇ ਉੱਥੇ ਚਾਹ ਪਾਣੀ ਪੀ ਕੇ ਮੁੜੇ, ਤੇ ਜਿਹੜੇ ਗਏ ਹੀ ਨਹੀਂ ਕਹਿੰਦੇ ਛੱਡੋ ਉੱਥੇ ਜਾ ਕੇ ਕੀ ਕਰਨਾ। ਰੰਧਾਵਾ ਜੀ, ਖਾਸ ਕਰਕੇ ਇਸ ਬਜਟ ਸੈਸ਼ਨ ਦੇ ਵਿੱਚ ਕਾਂਗਰਸ ਦੇ 4 ਐਮਪੀਆਂ ਨੂੰ ਮਿਲਦੇ ਨੇ 100%, ਔਰ 100% ਅਟੈਂਡੈਂਸ ਵਾਲੇ ਐਮਪੀ ਹੈਗੇ ਨੇ ਰਵਨੀਤ ਸਿੰਘ ਬਿੱਟੂ, ਹਮੇਸ਼ਾ ਪਾਰਲੀਮੈਂਟ ਦੇ ਵਿੱਚ ਡਟ ਕੇ ਖੜੇ ਹੁੰਦੇ ਨੇ। ਈਵਨ ਕੋਈ ਵਿਰੋਧ ਪ੍ਰਦਰਸ਼ਨ ਹੋਏ ਤੇ ਗੇਟ ਤੇ ਵੀ ਨਜ਼ਰ ਆਉਂਦੇ ਨੇ। ਗੁਰਜੀਤ ਸਿੰਘ ਔਜਲਾ, ਜਿਹੜੇ ਅੱਜ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਰਹਿੰਦੇ ਨੇ, ਉਹ ਵੀ 100% ਅਟੈਂਡੈਂਸ ਦੇ ਨਾਲ ਟੌਪ ਤੇ ਰਹੇ। ਮਨੀਸ਼ ਤਿਵਾਰੀ ਤੇ ਫਿਰ ਉਹ ਅਮਰ ਸਿੰਘ ਹੋਣਾ, ਇਹ ਚਾਰਾਂ ਦੀ 100% ਅਟੈਂਡੈਂਸ ਰਹੀ। ਔਰ ਜਿੱਥੇ ਤੱਕ ਸਾਰੇ ਐਮਪੀਆਂ ਦੀ ਗੱਲ ਕਰੀਏ ਲੋਕ ਸਭਾ ਦੇ ਵਿੱਚ, ਤੇ ਸਨੀ ਦਿਓਲ ਸਭ ਤੋਂ ਪਿੱਛੇ 9% ਅਟੈਂਡੈਂਸ ਨਾਲ ਰਹੇ ਨੇ। ਔਰ ਉਹਨਾਂ ਦਾ ਵਿਰੋਧ ਤੇ ਖੈਰ ਗੁਰਦਾਸਪੁਰ ਕੌਂਸਟੀਚੁਐਂਸੀ ਦੇ ਵਿੱਚ ਵੀ ਹੋ ਰਿਹਾ, ਪਾਰਲੀਮੈਂਟ ਵਿੱਚ ਤੇ ਨਜ਼ਰ ਆਏ ਨਹੀਂ, ਪਰ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਵੀ ਕਦੀ ਨਜ਼ਰ ਨਹੀਂ ਆਏ। ਤੇ ਕਈ ਵਾਰ ਉੱਥੇ ਪੋਸਟਰ ਲਾਣੇ ਪੈ ਗਏ ਵੀ ਵਾਂਟਡ ਕਿੱਥੇ ਹੈ, ਗੁੰਮਸ਼ੁਦਾ ਦੀ ਤਲਾਸ਼, ਐਦਾਂ ਦੇ ਪੋਸਟਰ ਸਨੀ ਦਿਓਲ ਵਾਸਤੇ ਕਈ ਵਾਰ ਲੱਗੇ ਹੋਏ ਨੇ। ਰਾਜ ਸਭਾ ਦੀ ਗੱਲ ਕਰੀਏ ਤੇ ਰਾਘਵ ਚੱਡਾ, ਜਿਹੜੇ ਵੱਧ ਚੜ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜਦੇ ਤੇ ਖੜਦੇ ਨਜ਼ਰ ਆਉਂਦੇ ਨੇ, ਉਹ 87% ਅਟੈਂਡੈਂਸ ਦੇ ਵਿੱਚ ਉਹ 7 ਰਾਜ ਸਭਾ ਐਮਪੀਜ਼ ਦੇ ਵਿੱਚ ਟੌਪ ਤੇ ਨੇ। ਉਸ ਤੋਂ ਇਲਾਵਾ ਤਕਰੀਬਨ ਅਗਰ ਹਰਭਜਨ ਸਿੰਘ ਦੀ ਗੱਲ ਕਰੀਏ, ਕਿਉਂਕਿ ਬਾਕੀਆਂ ਦੀ ਅਟੈਂਡੈਂਸ ਤੇ ਤਕਰੀਬਨ ਠੀਕ ਨੇ, ਸੀਚੇ ਸਵਾਲ ਵੀ 60% ਤੋਂ ਵੱਧ ਨਾਲ ਪਾਸ ਹੋਏ ਨੇ, ਖਾਸ ਕਰਕੇ ਅਟੈਂਡੈਂਸ ਦੀ ਗੱਲ ਕਰੀਏ। ਪਰ ਹਰਭਜਨ ਸਿੰਘ ਉਹਨਾਂ ਦਾ ਕਹਿੰਦੇ ਰਿਕਾਰਡ ਹੀ ਨਹੀਂ ਮਿਲਿਆ ਐਤਕੀ। ਬਜਟ ਸੈਸ਼ਨ ਦੇ ਵਿੱਚ ਕਦੋਂ ਗਏ ਤੇ ਕਦੋਂ ਬਾਹਰ ਆਏ। ਰਾਜ ਸਭਾ ਦੀ ਵੈਬਸਾਈਟ ਦੇ ਉੱਤੇ ਹਰਭਜਨ ਸਿੰਘ ਦੀ ਅਟੈਂਡੈਂਸ ਦਾ ਰਿਕਾਰਡ ਜਿਹਾ ਕੱਢ ਲਿਆ ਗਿਆ, ਹੁਣ ਕਿਉਂ ਕੱਢਿਆ ਸਾਨੂੰ ਨਹੀਂ ਪਤਾ। ਪਰ ਹਾਂ, ਰਾਜ ਸਭਾ ਦੇ 7 ਐਮਪੀ ਠੀਕ ਠਾਕ ਜੀ ਅਟੈਂਡੈਂਸ ਨਾਲ ਉੱਥੇ ਸੀਗੇ। ਸਨੀ ਦਿਓਲ ਫਿਸਡੀ ਸੀਗੇ, ਔਰ ਹਰਸਿਮਰਤ ਕੌਰ ਬਾਦਲ ਉਹਨਾਂ ਵੀ ਠੀਕ ਠਾਕ ਜੀ ਅਟੈਂਡੈਂਸ ਨਾਲ ਸੀਗੇ। ਪਰ ਸੁਖਬੀਰ ਬਾਦਲ ਉਹਨਾਂ, ਕਿਉਂਕਿ ਪੰਜਾਬ ਦੇ ਵਿੱਚ ਕੈਂਡੀਡੇਟ ਤਲਾਸ਼ ਕਰਨ ਵਾਸਤੇ ਉਹਨਾਂ ਨੂੰ ਕਾਫੀ ਟਾਈਮ ਤੇ ਇਸ ਗੱਲ ਦੇ ਉੱਤੇ ਲੱਗ ਗਿਆ, ਤੇ ਉਹ ਲੋਕ ਸਭਾ ਦੇ ਵਿੱਚ ਬੜੇ ਘੱਟ ਦੇਖੇ ਗਏ। ਮੇਰੇ ਖਿਆਲ 20% ਅਟੈਂਡੈਂਸ ਉਹਨਾਂ ਦੀ ਰਹੀ ਹੈ ਬਜਟ ਸੈਸ਼ਨ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦਲ ਦੇ ਉਹਨਾਂ ਨੂੰ ਕੰਮ ਬੜੇ ਨੇ। ਹੁਣ ਪਾਰਲੀਮੈਂਟ ਜਾਈਏ ਕਿ ਇੱਥੇ ਦੇ ਪੰਗੇ ਸਾਂਭੀਏ, ਉਹ ਇਸ ਕਰਕੇ ਹੋ ਸਕਦਾ ਉਹਨਾਂ ਦੀ ਉੱਥੇ ਅਟੈਂਡੈਂਸ ਘੱਟ ਹੋਏ। ਪਰ ਸਨੀ ਦਿਓਲ ਦਾ ਗਾਇਬ ਹੋਣਾ, ਉਹ ਵੀ ਖਾਸ ਕਰ ਫਿਲਮਾਂ ਦੇ ਵਿੱਚ ਚਮਕ ਕੇ ਆਣਾ, ਇਹ ਇੱਕ ਅਜੀਬ ਜਿਹੀ ਸਥਿਤੀ ਹੈਗੀ ਹੈ, ਜਿਹੜੀ ਭਾਜਪਾ ਨੂੰ ਇਸ ਇਲੈਕਸ਼ਨ ਦੇ ਵਿੱਚ ਵੀ ਤੇ ਅੱਗੇ ਵੀ 2024 ਦੀ ਇਲੈਕਸ਼ਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤੇ ਘੱਟ ਤੋਂ ਘੱਟ ਪਰੇਸ਼ਾਨ ਕਰਕੇ ਰੱਖੇਗੀ। ਇੰਦਰਪ੍ਰੀਤ ਜੀ, ਸਾਡੇ ਮੈਂਬਰ ਪਾਰਲੀਮੈਂਟ ਚਲੋ ਚਲੇ ਵੀ ਜਾਣ, ਪਰ ਇਹ ਪੰਜਾਬ ਨੂੰ ਕਿਸ ਤਰੀਕੇ ਨਾਲ ਪੇਸ਼ ਕਰਨ, ਪੰਜਾਬ ਦੇ ਮਾਮਲੇ ਕਿੱਦਾਂ ਪੇਸ਼ ਕਰਨ? ਕੋਈ ਰਵਾਇਤ ਹੁੰਦੀ ਸੀ ਕਦੇ ਕਿ ਐਮਪੀ ਜਿਹੜੇ ਸੱਤਾਧਾਰੀਆਂ ਨਾਲ ਜੁੜੇ ਹੁੰਦੇ ਸੀ, ਉਹ ਆਪਣੀ ਪਾਰਟੀ ਦੇ ਪੱਧਰ ਦੇ ਉੱਤੇ ਮੁੱਖ ਮੰਤਰੀ ਨਾਲ ਸਿਟਿੰਗ ਕਰਨ ਤੋਂ ਬਾਅਦ ਪਾਰਲੀਮੈਂਟ 'ਚ ਜਾਂਦੇ ਹੁੰਦੇ ਸੀ ਕਿ ਸਾਨੂੰ ਦੱਸੋ ਕਿਹੜੀਆਂ ਤਰਜੀਹਾਂ ਨੇ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਆ ਤੇ ਅਸੀਂ ਉਹੀ ਮੁੱਦੇ ਚੱਕਾਂਗੇ। ਨੰਬਰ 1। ਨੰਬਰ 2, ਜਿਹੜੇ ਪਾਰਲੀਮੈਂਟ ਦੇ ਵਿੱਚ ਮੈਂਬਰ ਨਹੀਂ ਗਏ, ਉਹ ਕੋਈ IPL 'ਚ ਖੜਾ ਦਿਸਦਾ ਤੇ ਕੋਈ ਫਿਲਮ ਦੀ ਸ਼ੂਟਿੰਗ 'ਚ ਦਿਸਦਾ ਹੈ, ਜੇ ਉਹਨਾਂ ਦੀਆਂ ਤਰਜੀਹਾਂ ਹੀ ਨਹੀਂ ਤੇ ਤੁਸੀਂ ਉਹਨਾਂ ਨੂੰ ਭੇਜਦੇ ਕਿਉਂ? ਵੀ ਹੁਣ ਦੇਖਣ ਵਾਲੀ ਗੱਲ ਆ ਕਿ ਹਰਭਜਨ ਸਿੰਘ ਨੂੰ ਤੁਸੀਂ ਭੇਜ ਕੇ ਕਿਹੜਾ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਸੀ? ਹਰਭਜਨ ਸਿੰਘ ਕਿਹੜੀ ਵਿਚਾਰਧਾਰਾ ਨੂੰ ਪਰਨਾਇਆ ਸੀ ਆਮ ਆਦਮੀ ਪਾਰਟੀ ਦੀ ਨੂੰ? ਹਰਭਜਨ ਸਿੰਘ ਪੰਜਾਬ ਦੇ ਮਾਮਲਿਆਂ 'ਚ ਕਿੰਨਾ ਮਾਹਿਰ ਸੀਗਾ ਵੀ ਉਹ ਜਾ ਕੇ ਰਾਜ ਸਭਾ, ਔਰ ਜੇ ਇੱਕ ਚਿਹਰਾ ਚਲੇ ਵੀ ਜਾਵੇ, ਭਾਵੇਂ ਉੱਥੇ ਵੱਡੇ ਵੱਡੇ ਚਿਹਰੇ ਸਚਿਨ ਤੈਂਦੁਲਕਰ ਵੀ ਹੋਣ, ਰੇਖਾ ਹੋਵੇ, ਹੋਰ ਲੋਕ ਵੀ ਹੋਣ, ਉਹਨਾਂ ਨੇ ਆਪਣੇ ਸ਼ੋਬੇ ਨਾਲ ਜੁੜੇ ਮਾਮਲੇ ਵੀ ਕਿੰਨੇ ਘਟਾਏ। ਜੇ ਮੈਂ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਮੰਨ ਲਓ ਕੋਈ ਸੈਲੀਬ੍ਰਿਟੀ ਭੇਜ ਰਹੀ ਹੈ ਤੇ ਉਹ ਉਸ ਪੂਰੇ ਪ੍ਰੋਫੈਸ਼ਨ ਲਈ ਇੱਕ ਮੀਲ ਪੱਥਰ ਸਾਬਤ ਹੋ ਜੇ, ਹਰਭਜਨ ਸਿੰਘ ਖਿਡਾਰੀਆਂ ਲਈ ਸਾਬਤ ਹੋ ਜਾਂਦਾ ਮੀਲ ਪੱਥਰ, ਤੇ ਮੰਨ ਲੈਂਦੇ ਕਿ ਪੰਜਾਬ ਨੇ ਇੱਕ ਬੜਾ ਚੰਗਾ ਕੰਮ ਕੀਤਾ ਸੀ ਵੀ ਸਾਡੇ ਹਿੱਸੇ 'ਚ ਆਈਆਂ ਸੀ ਤੇ ਅਸੀਂ ਇੱਕ ਸੰਤ ਭੇਜਤਾ, ਉਹਨੇ ਵਾਤਾਵਰਨ ਦੀ ਨੇਰੀ ਲਿਆ ਛੜੀ। ਘੱਟੋ ਘੱਟ ਸਾਰੇ ਦੇਸ਼ ਦੇ ਵਿੱਚ ਰੌਲਾ ਪੈਂਦਾ ਵੀ ਸੰਤ ਸੀਚੇਵਾਲ ਕੌਣ ਆ, ਕਿੱਥੋਂ ਆ, ਸਰਚ ਵੱਧ ਜਾਂਦੀ, ਗੂਗਲ ਤੇ ਜਾ ਕੇ ਕਮਲੇ ਹੋ ਜਾਂਦੇ ਲੋਕ ਵੀ ਸੰਤ ਸੀਚੇਵਾਲ ਲੱਭੋ। ਇਸੇ ਤਰ੍ਹਾਂ ਹਰਭਜਨ ਸਿੰਘ ਸਾਰੇ ਦੇਸ਼ ਦੇ ਖਿਡਾਰੀਆਂ ਲਈ ਲੜਦਾ ਦਿਸਦਾ ਵੀ ਇੱਥੇ ਐਸਟ੍ਰੋਟਰਫ ਲਾ ਦਿਓ, ਇੱਥੇ ਦੂਜਾ ਖੇਡ ਮੈਦਾਨ ਬਣਾ ਦਿਓ, ਤੇ ਜਿਨ੍ਹਾਂ ਨੇ ਰਹਿਣਾ ਹੀ ਕਿਤੇ ਹੋਰ ਆ ਉਹਨਾਂ ਨੂੰ ਉੱਥੇ ਕਿਉਂ ਭੇਜ ਦਿਓ? ਰਾਘਵ ਚੱਡਾ ਠੀਕ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰਾ ਪੰਜਾਬ 'ਚ ਵਿਰੋਧ ਹੁੰਦਾ, ਮੈਨੂੰ ਪੰਜਾਬ ਲਈ ਖੜਨਾ ਪੈਣਾ। ਉਂਝ ਅੱਜ ਕੱਲ ਹੋਰ ਵੀ ਚਰਚਾ ਕਾਫੀ ਉਹਨਾਂ ਦੀ ਹੁੰਦੀ ਹੈ। ਖੈਰ ਤੁਸੀਂ ਗੱਲ ਤੋਰੋ। ਰੰਧਾਵਾ ਸਾਹਿਬ, ਦੇਖੋ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ, ਫਿਰ ਤੁਸੀਂ ਕਹੋਗੇ ਮੇਰੇ ਗੁਰਦਾਸਪੁਰ ਦਾ ਫਿਰ ਨਾਂ ਲੈਤਾ ਤੁਸੀਂ, ਅਸੀਂ ਗੁਰਦਾਸਪੁਰੀਆਂ ਦੇ ਤਾਣੇ ਸਹਿਰੇ ਹਾਂ। ਦੇਖੋ ਉੱਥੇ ਦੇ ਲੋਕਾਂ ਦਾ ਵੀ ਤਾਂ ਕਸੂਰ ਹੈ ਨਾ ਜੀ। ਆਪਸ਼ਨ ਉੱਥੇ ਸੀਗੀ ਅਵੇਲੇਬਲ ਵੀ ਸੁਨੀਲ ਜਾਖੜ ਵਰਗਾ ਇੱਕ ਵਧੀਆ ਕੈਂਡੀਡੇਟ ਖੜਾ ਸੀ ਉੱਥੇ, ਮਤਲਬ ਜਿਹੜਾ ਕਿ ਜਿਹਨੇ ਪਿਛਲੇ ਵਾਰੀ ਜੋ ਬਾਈ ਇਲੈਕਸ਼ਨ ਜਿਹੜੀ ਜਿੱਤੀ ਸੀ ਉਸ 'ਚ ਆਪਣਾ ਦਬਦਬਾ ਉੱਥੇ ਕਾਇਮ ਕੀਤਾ ਸੀਗਾ ਲੋਕ ਸਭਾ ਦੇ ਵਿੱਚ, ਪਰ ਉਹਨੂੰ ਨਾ ਜਿਤਾ ਕੇ ਸੰਨੀ ਦਿਓਲ ਨੂੰ ਜਿਤਾਇਆ।
ਠੀਕ ਹੈ ਨਾ ਜੀ, ਜਿਹਦੇ ਬਾਰੇ ਇੱਕ ਆਮ, ਮੈਂ ਉੱਥੇ ਬਹੁਤ ਕੰਪੇਨ 'ਚ ਮਤਲਬ ਕਵਰ ਕੀਤੀ ਹੈ, ਉੱਥੇ ਕੰਪੇਨ ਜਿਹੜੇ ਕਰਦੇ ਰਹੇ ਨੇ ਤਾਂ ਮੈਂ ਉਹਨਾਂ ਨੂੰ ਬਹੁਤ ਕਵਰ ਕੀਤਾ, ਤੇ ਉੱਥੇ ਇਹ ਗੱਲ ਸੀਗੀ ਕਿ ਇਸ ਨੇ ਬਿਲਕੁਲ ਵੀ ਪਾਰਲੀਮੈਂਟ 'ਚ ਨਹੀਂ ਜਾਣਾ, ਪਰ ਉਹਦਾ 2.5 ਕਿਲੋ ਦਾ ਹੱਥ, ਕਦੀ ਕੀ, ਮਤਲਬ ਇਹ ਜਿਹੀਆਂ ਲੈ ਕੇ ਹੀ ਲੋਕ ਸਾਰੇ ਦੇ ਸਾਰੇ ਉਧਰ ਨੂੰ ਹੋ ਗਏ ਤੇ ਵੋਟਾਂ ਪੈ ਗਈਆਂ। ਸਾਡਾ ਵੋਟ ਪਾਉਣ ਦਾ ਪੈਟਰਨ ਦੇਖੋ, ਇਹ ਅਗਰ ਪੈਟਰਨ ਸਾਡਾ ਇਦਾਂ ਦਾ ਹੈ ਤਾਂ ਫਿਰ ਇਹ ਰਾਜ ਸਭਾ ਵਾਲੇ ਤਾਂ ਫਿਰ ਕੁਝ ਕਹਿਣ ਦੀ ਹੱਦ ਹੀ ਨਹੀਂ, ਉਹ ਤਾਂ ਕਿਉਂਕਿ ਤੈਅ ਹੀ ਲੋਕਾਂ ਨੇ ਕਰਨਾ ਹੀ ਨਹੀਂ, ਉਹ ਤਾਂ ਤੈਅ ਹੀ ਪਾਰਟੀ ਦੇ ਪ੍ਰਮੁੱਖ ਨੇ ਕਰਨੇ ਆ ਵੀ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਨਹੀਂ ਦੇਣੀ। ਸੋ ਹਰਭਜਨ ਸਿੰਘ ਹੋਣਾ ਦਾ ਵੀ ਬਿਲਕੁਲ ਠੀਕ ਹੈ, ਤੁਸੀਂ ਕਿਹਾ ਕਿ ਦੇਖੋ ਉਹਨਾਂ ਦਾ ਜੇ ਕੋਈ ਖੇਲ ਦੇ ਮਾਮਲੇ 'ਚ ਏਦਾਂ ਦਾ ਕੋਈ ਕਰ ਦਿੰਦਾ ਤਾਂ ਵੀ ਅਸੀਂ ਕਹਿੰਦੇ ਵੀ ਚਲੋ ਯਾਰ ਠੀਕ ਹੈ। ਹਾਂ, ਉਹਨਾਂ ਨੇ ਆਪਣੇ ਸਿੰਚੇਵਾਲ ਸਾਹਿਬ ਉਹਨਾਂ ਨੇ ਜ਼ਰੂਰ ਕਰਤਾ, ਉਹਨਾਂ ਨੇ ਆਪਣੀ ਇੱਕੋ ਸਪੀਚ ਨਾਲ ਘੱਟੋ ਘੱਟ ਪੰਜਾਬੀ ਜ਼ਰੂਰ ਉੱਤੇ ਕਰਾਤੀ ਲਾਗੂ ਕਿ ਹੁਣ ਸਾਰੇ ਸਵਾਲ ਜਿੰਨੇ ਹੈਗੇ ਨੇ ਜਾਂ ਉਹਨਾਂ ਦੇ ਡਿਬੇਟਸ ਜਿਹੜੀਆਂ ਨੇ ਜਾਂ ਕੁਝ ਹੋਰ ਵੀ ਹੈ, ਜੋ ਵੀ ਮਟੀਰੀਅਲ ਅੰਦਰ ਦਿੰਦੇ ਸੀ ਉਹ ਪੰਜਾਬੀ 'ਚ ਮਿਲਣਾ ਸ਼ੁਰੂ ਹੋ ਗਿਆ। ਇਹ ਉਹਨਾਂ ਦੀ ਉਪਲਬਧੀ ਹੈਗੀ ਹੈ। ਇੱਕ ਨਾ ਹੋਰ ਸੀਗਾ ਵਿਕਰਮਜੀਤ ਸਿੰਘ ਸਾਨੀ ਦਾ, ਉਹਨਾਂ ਦੀ ਬੇਸ਼ੱਕ 26% ਮੈਂ ਦੇਖੀ ਹੈ ਜਿਹੜੀ ਉਹਨਾਂ ਦੀ ਅਟੈਂਡੈਂਸ ਹੈ, ਪਰ ਜਿੰਨੇ ਕੁ ਟਾਈਮ ਵੀ ਉਹ ਗਏ ਨੇ ਉਹਨਾਂ ਨੇ ਸਵਾਲ ਬਹੁਤ ਅੱਛੇ ਲਗਾਏ ਨੇ। ਇਹ ਮੈਂ ਉਹਨਾਂ ਦੇ ਜਦੋਂ ਸਾਡੇ ਕੋਲ ਕਿਉਂਕਿ ਆਂਦੇ ਵੀ ਹੈਗੇ ਆ ਵੀ ਮੈਂ ਆਹ ਸਵਾਲ ਲਗਾਇਆ, ਉਹ ਬਹੁਤ ਪੰਜਾਬ ਦੀ ਇੰਡਸਟਰੀ ਨਾਲ ਜੁੜੇ ਹੋਏ ਇਸ਼ੂਜ਼ ਨੇ ਜਿਹੜੇ ਉਹ ਚਗਾਏ ਬਗਾਏ ਚੱਕਦੇ ਰਹਿੰਦੇ ਆ। ਬਾਕੀ ਦੇ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਠੀਕ ਹੈ ਸੁਖਬੀਰ ਬਾਦਲ ਹੋ ਰਹੀ ਦੇ ਵੀ 18% ਹੀ ਹੈ, ਮੈਂ ਦੇਖੀ ਭਾਸਕਰ ਸਾਹਿਬ ਉਹਨਾਂ ਦੀ 18% ਹੈ, ਉਹ ਵੀ ਕੋਈ ਬਹੁਤਾ ਉੱਥੇ ਨਹੀਂ ਦਿਖਾ ਸਕੇ ਇਦਾਂ ਦੀ, ਚਾਹੇ 2 ਹੋਣ, ਲੇਕਿਨ ਭਗਵੰਤ ਮਾਨ ਇਕੱਲਾ ਹੀ ਹੁੰਦਾ ਸੀ ਕਈ ਵਾਰ ਮੈਂ ਦੇਖਿਆ ਸੀਗਾ, ਪਰ ਉਹਦੀ ਪ੍ਰੈਜ਼ੈਂਸ ਅੱਛੀ ਹੁੰਦੀ ਸੀ। ਸਵਾਲ 100% ਰਹਿਣ ਦਾ ਨਹੀਂ, ਸਵਾਲ ਹੈ ਵੀ ਤੁਸੀਂ ਜਿੰਨਾ ਚਿਰ ਵੀ ਰਹੇ ਉਹਨਾਂ ਦਿਨ ਤੁਸੀਂ ਕੀ ਕੀਤਾ, ਕੀ ਕੋਈ ਇਹੋ ਜਿਹਾ ਇਸ਼ੂ ਚੱਕਿਆ ਜਿਹੜਾ ਪੂਰੇ ਪੰਜਾਬ 'ਚ ਹੀ ਘੱਟੋ ਘੱਟ ਡਿਬੇਟੇਬਲ ਹੋ ਜਾਏ ਵੀ ਹਾਂ ਤੁਸੀਂ ਆਹ ਇਸ਼ੂ ਚੱਕ ਕੇ ਸਰਕਾਰ ਨੂੰ ਮਜਬੂਰ ਕਰਤਾ ਇਹਦੇ ਉੱਤੇ ਜਵਾਬ ਦੇਣ ਵਾਸਤੇ। ਇਸ ਤਰ੍ਹਾਂ ਦਾ ਵੀ ਕੋਈ ਨਹੀਂ ਆ ਰਿਹਾ। ਮੈਨੂੰ ਲੱਗਦਾ ਕਿ ਦੋਨੋਂ ਤਰਫ ਤੋਂ ਸੋਚਣ ਦੀ ਲੋੜ ਹੈ, ਲੋਕਾਂ ਦੇ ਪੱਧਰ ਤੇ ਵੀ ਕਿ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁਣ ਕੇ ਭੇਜ ਰਿਹਾ, ਉਹ ਖਾਸ ਤੌਰ ਤੇ ਲੋਕ ਸਭਾ ਵਾਲੇ ਦੇਖਣ। ਰਾਜ ਸਭਾ ਦੇ ਵਿੱਚ ਤਾਂ ਦੇਖੋ ਬਹੁਤ ਸਾਰੇ ਇਦਾਂ ਦੇ ਹੈਗੇ ਆ, ਸਾਡੇ ਪ੍ਰੋਵੀਜ਼ਨ ਹੈ ਰਾਜ ਸਭਾ ਦੇ ਵਿੱਚ, ਦੇਖੋ ਇੱਕ ਪ੍ਰੋਵੀਜ਼ਨ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਨੇ ਸੋਸਾਇਟੀ ਦੇ ਜਿਹੜੇ ਇਲੈਕਸ਼ਨ ਲੜਨਗੇ ਤਾਂ ਸ਼ਾਇਦ ਹਾਰ ਜਾਣਗੇ। ਡਾਕਟਰ ਮਨਮੋਹਨ ਸਿੰਘ ਸਾਡੇ ਸਾਹਮਣੇ ਇੱਕ ਵੱਡੀ ਉਦਾਹਰਣ ਹੈ, ਜਦੋਂ ਫੂਲਨ ਦੇਵੀ ਵਰਗੀ ਜਿੱਤ ਸਕਦੀ ਹੈ ਤਾਂ ਡਾਕਟਰ ਮਨਮੋਹਨ ਸਿੰਘ ਵਰਗਾ ਇਕਨੋਮਿਸਟ ਹਾਰ ਸਕਦਾ ਹੈ। ਤਾਂ ਜਿਹੜੇ ਸੰਵਿਧਾਨ ਦੇ ਨਿਰਮਾਤਾ ਹੈਗੇ ਨੇ ਉਹਨਾਂ ਨੇ ਇਹ ਪ੍ਰੋਵੀਜ਼ਨਸ ਕੀਤੀਆਂ ਸੀਗੀਆਂ ਕਿ ਇਹ ਜਿਹੇ ਵਰਗ ਲਈ ਇੱਕ ਨੋਮੀਨੇਸ਼ਨ ਹੋ ਜੇ, ਉਹ ਨੋਮੀਨੇਟ ਆਪਣੀ ਉਹਨੂੰ ਕਰ ਦੇਣ, ਜਿਵੇਂ ਰੇਖਾ, ਸਚਿਨ ਤੇਂਦੁਲਕਰ ਇਹ ਖੇਡਾਂ ਤੇ ਫਿਲਮਾਂ ਨੂੰ ਕਰਦੇ ਰਹੇ ਹੈ। ਸੋ ਹਰਭਜਨ ਸਿੰਘ ਹੋਣਾ ਨੂੰ ਵੀ ਮੇਰੇ ਖਿਆਲ ਉੱਥੋਂ ਭੇਜਿਆ ਜਾਂਦਾ ਨੋਮੀਨੇਟ ਕਰਕੇ ਤਾਂ ਬੈਟਰ ਸੀਗਾ। ਇੱਥੇ ਕੋਈ ਤੁਸੀਂ ਵਧੀਆ ਮਤਲਬ ਜਿਹੜਾ ਸੋਸਾਇਟੀ ਲਈ ਕੋਈ ਕੰਮ ਕਰਦਾ ਹੈ ਉਹਨੂੰ ਭੇਜਦੇ ਤਾਂ ਜ਼ਿਆਦਾ ਬੈਟਰ ਹੁੰਦਾ ਜੀ। ਆਪਾਂ ਆਖਰ 'ਚ 2 ਖਬਰਾਂ ਲੈਣੀਆਂ, ਪਰ ਤੁਸੀਂ ਗੁਰਦਾਸਪੁਰ ਦੀ ਗੱਲ ਛੇੜੀ ਹੈ। ਮੈਨੂੰ ਤਾਂ ਇਹ ਵੀ ਮਿਹਣਾ ਰਿਹਾ ਵੀ ਤੂੰ ਜਾਖੜ ਸਾਹਿਬ ਸਾਡੇ ਮਿੱਤਰਾਂ 'ਚ ਆਉਂਦੇ ਨੇ, ਬੜੇ ਪਿਆਰੇ ਇਨਸਾਨ ਹੈ। ਜਾਖੜ ਸਾਹਿਬ ਵੀ ਕਿਉਂ ਅਬੋਰ ਵੱਲੋਂ ਲਿਆ ਕੇ ਬੰਦਾ ਕਿਉਂ ਖੜਾ ਕਰਦੇ ਹੋ? ਗੁਰਦਾਸਪੁਰੋਂ ਚੋਂ ਲੱਭਦਾ ਤੁਹਾਨੂੰ। ਫਿਰ ਸੰਨੀ ਦਿਓਲ ਤੇ ਜਾਖੜ 'ਚ ਫਰਕ ਇੰਨਾ ਹੈ ਕਿ ਜਾਖੜ ਇੱਕ ਪ੍ਰੌੜ ਸਿਆਸਤਦਾਨ ਨੇ ਔਰ ਉਹ ਜੇ ਪਾਰਲੀਮੈਂਟ 'ਚ ਹੁੰਦੇ ਤੇ ਮਸਲੇ ਵਧੀਆ ਉਠਾਉਂਦੇ, ਪਰ ਜਾਖੜ ਸਾਹਿਬ ਨੇ ਵੀ ਕਦੇ ਕੋਈ ਰਿਹਾਇਸ਼ ਥੋੜਾ ਗੁਰਦਾਸਪੁਰ 'ਚ ਰੱਖਣੀ ਆ ਵੀ ਮੈਂ ਗੁਰਦਾਸਪੁਰੀਆ ਵਾਂ। ਹੁਣ ਇਹ ਸਵਾਲ ਤਾਂ ਕਾਫੀ ਅਹਿਮ ਨੇ ਨਾ ਕਿ ਤੁਸੀਂ ਕਿਸੇ ਖਿੱਤੇ ਦਾ ਨੁਮਾਇੰਦਾ ਉੱਥੋਂ ਦਾ ਜੰਮਿਆ ਪਲਿਆ ਕਿਉਂ ਨਹੀਂ ਭੇਜਦੇ? ਵੱਖਰੀ ਗੱਲ ਆ, ਚਲੋ ਇਹ ਚੱਲਦਾ ਰਹਿੰਦਾ। ਵਿਕਰਮਜੀਤ ਸਿੰਘ ਸਾਨੀ ਬਾਰੇ ਇਹ ਕਲੀਅਰ ਹੈ ਕਿ ਉਹ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜਿਆ ਔਰ ਪੰਜਾਬ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਸਕਿੱਲ ਡਿਵੈਲਪਮੈਂਟ ਤੇ ਕੰਮ ਕਰ ਰਿਹਾ। ਪੰਜਾਬ ਦੇ ਨਜ਼ਰੀਏ ਤੋਂ ਮੇਰੇ ਖਿਆਲ ਇਹ ਇੱਕ ਐਸਾ ਮੈਂਬਰ ਪਾਰਲੀਮੈਂਟ ਹੈ ਜਿਹਦੇ ਤੋਂ ਤਵੱਕੋ ਨਹੀਂ ਸੀ, ਇੰਜ ਲੱਗਦਾ ਸੀ ਵੀ ਕਿਸੇ ਜੁਗਾੜ ਤਹਿਤ ਹੀ ਆ ਗਏ ਨੇ, ਪਰ ਵਿਕਰਮਜੀਤ ਸਿੰਘ ਸਾਨੀ ਨੇ ਜ਼ਰੂਰ ਆਪਣਾ ਨੌਕ ਕੀਤਾ ਹੈ ਔਰ ਕੰਮ ਵੀ ਕੰਮ ਕਰਦੇ ਰਹਿੰਦੇ ਆ। ਖਾਸ ਤੌਰ ਤੇ ਅੰਮ੍ਰਿਤਸਰ 'ਚ G20 ਜਦੋਂ ਹੋਣਾ ਸੀ ਤੇ ਰੌਲਾ ਪੈ ਗਿਆ, ਸਾਡੇ ਕੋਲ ਵੀ ਇਹ ਖਬਰ ਪਹੁੰਚੀ ਕਿ G20 ਨੂੰ ਲੈ ਕੇ ਕੇਂਦਰ ਦੇ ਵਿੱਚ ਦੁਬਿਧਾ ਆ ਗਈ ਆ ਔਰ ਇੱਥੋਂ ਦੇ ਮਾਹੌਲ ਨੂੰ ਲੈ ਕੇ IB ਦੀ ਕਿਸੇ ਰਿਪੋਰਟ ਨੂੰ ਲੈ ਕੇ ਇਹਨੂੰ ਸ਼ਿਫਟ ਕੀਤਾ ਗਿਆ ਦਿੱਲੀ। ਔਰ ਉਦੋਂ ਸਾਰਾ ਦਿਨ ਵਿਕਰਮਜੀਤ ਸਾਨੀ ਭੱਜੇ ਫਿਰਦੇ ਰਹੇ, ਕਦੇ ਵਿਦੇਸ਼ ਮੰਤਰਾਲੇ 'ਚ, ਕਦੇ ਕਿਤੇ, ਕਦੇ ਹੋਮ 'ਚ, ਔਰ ਉਹਨਾਂ ਨੇ ਆਖਰ ਸ਼ਾਮ ਤੱਕ ਪੰਜਾਬ ਸਰਕਾਰ ਨੂੰ ਇਹ ਚੰਗੀ ਖਬਰ ਦਿੱਤੀ ਸੀ ਦੁਪਹਿਰ ਤੱਕ ਵੀ ਨਹੀਂ, ਸ਼ਿਫਟ ਨਹੀਂ ਹੋ ਰਿਹਾ। ਸੋ ਆਪਾਂ ਅੱਗੇ ਚੱਲਦੇ ਹਾਂ। ਭਾਸਕਰ ਸਾਹਿਬ, ਬਠਿੰਡਾ ਜੇਲ੍ਹ ਵਾਲਾ ਪੰਗਾ ਮੁੱਕਿਆ ਨਹੀਂ। ਉਹ ਜਿਹੜੀ ਮੁੰਡਿਆਂ ਖੁੰਡਿਆਂ ਨੇ ਰਲ ਕੇ ਵੀਡੀਓ ਬਣਾ ਕੇ ਪੰਜਾਬ ਸਰਕਾਰ ਨੂੰ ਇਹ ਸ਼ੀਸ਼ਾ ਦਿਖਾਇਆ, ਤੁਸੀਂ ਕਹਿੰਦੇ ਹੋ ਬੜੀ ਸਿਕਿਉਰ ਜੇਲ੍ਹ ਆ, ਇੱਥੇ ਤਾਂ ਜੈਮਰ ਲੱਗਿਆ। ਇਹ ਤਾਂ ਸਵਾਲ ਹੀ ਪੈਦਾ ਨਹੀਂ ਵੀ ਸਿਗਨਲ ਆ ਜਾਏ। ਉਹ ਕਹਿੰਦੇ ਸਿਗਨਲ ਨਹੀਂ, ਅਸੀਂ ਤਾਂ ਕੈਨੇਡਾ ਤੋਂ ਵੀ ਜਾ ਕੇ ਤੁਹਾਨੂੰ ਦਿਖਾ ਦਿਆਂਗੇ ਵੀ ਵੀਡੀਓ ਕਿੱਦਾਂ ਦੀ ਹੁੰਦੀ ਆ। ਹੁਣ ਪਤਾ ਲੱਗਿਆ ਉਹਦੀ ਵੀ ਜਾਂਚ ਹੋ ਰਹੀ ਹੈ ਔਰ ਜਾਂਚ ਉੱਥੇ ਤਾਂ ਇਲਜ਼ਾਮ ਵੀ ਉਹਨਾਂ ਨੇ ਕਿਸੇ ਸਹਾਇਕ ਸੁਪਰਡੈਂਟ ਤੇ ਹੋਰ ਬਾਕੀਆਂ ਤੇ ਲਾਤੇ ਸੀਗੇ। ਜਾਂਚਾਂ ਕਾਫੀ ਅੱਗੇ
ਨੇ ਬਲੀਆਂ ਲੈਣਗੀਆਂ। ਮੈਨੂੰ ਲੱਗਦਾ ਇੱਕ ਗੱਲ ਥੋੜੀ ਜਿਹੀ ਤੋਰ ਦਿਓ, ਫਿਰ ਮੈਂ ਲਾਸਟ ਵਿੱਚ ਜਾਣਾ। ਕਣਕ ਕੇਂਦਰ ਸਿੱਧੀ ਖਰੀਦ ਕੇ ਦੂਜਿਆਂ ਸੂਬਾਂ ਨੂੰ ਭੇਜੇਗੀ। ਚਰਨਜੀਤ ਭੁੱਲਰ ਨੇ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਆਪਾਂ ਇਹਨੂੰ ਅੰਦਰਪ੍ਰੀਤ ਤੋਂ ਲੈਨੇ ਜੀ। ਬਠਿੰਡਾ ਜੇਲ੍ਹ ਦੇ ਵਿੱਚ ਜਦ ਲਾਰੈਂਸ ਬਿਸ਼ਨੋਈ ਦੇ ਬੈਕ ਟੂ ਬੈਕ ਇੰਟਰਵਿਊ ਆਏ ਸੀ, ਉਸ ਤੋਂ ਬਾਅਦ ਏਡੀਜੀਪੀ ਜੇਲ੍ਹ ਦੇ ਡੀਜੀਪੀ ਸਪੈਸ਼ਲ ਜਿਹੜੇ ਕੁਲਦੀਪ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਹਜੇ ਚੱਲਦਾ ਪਿਆ ਸੀ ਕੰਮ। ਤੇ ਇਹ ਅਪ੍ਰੈਲ 4 ਨੂੰ ਇਹ ਜਿਹੜੀ ਵੀਡੀਓ ਜੀ ਆਈ, ਕਹਿੰਦੇ ਆ ਕਿ 12 ਕੁ ਹਵਾਲਾਤੀ ਸੀਗੇ ਜਿਨ੍ਹਾਂ ਨੇ ਇਹ ਵੀਡੀਓ ਬਣਾਈ। ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਗਿਆ। ਜਿਹੜੀ ਹੁਣ ਇੱਕ ਨਵੀਂ ਵੀਡੀਓ ਆਈ ਹੈ, ਉਹਦੇ ਵਿੱਚ 3-4 ਗੱਲਾਂ ਉਹਨਾਂ ਹਵਾਲਾਤੀਆਂ ਨੇ ਇਹ ਕੀਤੀ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਤੁਸੀਂ ਘੱਟ ਤੋਂ ਘੱਟ 1 ਲੱਖ ਰੁਪਏ ਦੀ ਅਗਵਾਈ ਕਰੋ ਇਲੀਗਲ ਸਮਾਨ ਵੇਚ ਕੇ। ਉਹ ਉਸ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ ਬਹੁਤ ਸਾਰੇ ਹੈਪੇਟਾਈਟਿਸ ਸੀ ਤੇ HIV ਪੋਜ਼ਿਟਿਵ ਇਨਮੇਟਸ ਹੈਗੇ ਨੇ, ਪਰ ਇਹਦੀ ਸੂਚਨਾ ਨੂੰ ਛੁਪਾਇਆ ਜਾਂਦਾ ਹੈ। ਕੁਝ ਹੋਰ ਇਲਜ਼ਾਮ ਵੀ ਉਹਨਾਂ ਨੇ ਜੇਲ੍ਹ ਅਫੀਸ਼ੀਅਲ ਦੇ ਖਿਲਾਫ ਲਾਏ ਤੇ ਭਗਵੰਤ ਮਾਨ ਉਹਨਾਂ ਨੂੰ ਅਪੀਲ ਕੀਤੀ ਕਿ ਜੇਲ੍ਹਾਂ ਨੂੰ ਬਣਾਓ ਡਰੱਗ ਫ੍ਰੀ। ਇਸ ਇਲਜ਼ਾਮ ਤੋਂ ਬਾਅਦ ਜੇਲ੍ਹ ਸੁਪਰੀਡੈਂਟ ਦਾ ਵੀ, ਜਿਹੜੇ ਐਨਡੀ ਨੇਗੀ ਹੈਗੇ ਨੇ, ਉਹਨਾਂ ਦੀ ਵੀ ਇੱਕ ਸਟੇਟਮੈਂਟ ਵੀਡੀਓ ਦੇ ਰਾਹੀਂ ਜਾਰੀ ਹੁੰਦੀ ਹੈ, ਜਿਹਦੇ ਵਿੱਚ ਉਹ ਹਵਾਲਾਤੀਆਂ ਦੇ ਉੱਤੇ ਨਾ ਕੇਵਲ ਇੱਕ ਕੇਸ ਦਰਜ ਕਰਦੇ ਨੇ, ਉਹ ਕਹਿੰਦੇ ਨੇ ਸਾਨੂੰ ਬਲੈਕਮੇਲ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਸੀ। ਸਾਨੂੰ ਇਹ ਕਹਿੰਦੇ ਸੀ ਵੀ ਇਹ ਵੀਡੀਓ ਅਸੀਂ ਵਾਇਰਲ ਕਰਾ ਦਾਂਗੇ ਜੇ ਤੁਸੀਂ ਸਾਡਾ ਕਹਿਣਾ ਨਾ ਮੰਨਿਆ, ਸਾਨੂੰ ਫੋਨ ਨਹੀਂ ਪ੍ਰੋਵਾਈਡ ਕੀਤਾ। ਯਾਨੀ ਇਹ ਸਾਰੀ ਗੱਲਾਂ ਤੋਂ ਰਾਹੀਂ ਬਠਿੰਡਾ ਜੇਲ੍ਹ, ਜਿਹਦੇ ਵਿੱਚ ਇੰਟਰਵਿਊ ਨਹੀਂ ਹੋਇਆ, ਡੀਜੀਪੀ ਸਾਹਿਬ ਨੇ ਬਹੁਤ ਜ਼ੋਰ ਲਾਤਾ ਸੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਉੱਤੇ, ਪਰ ਉਸ ਜੇਲ੍ਹ ਦੀ ਸਿਕਿਉਰਿਟੀ ਕਿੰਨੀ ਕੁ ਹੈਗੀ ਹੈ, ਇਹ ਸਾਰੀ ਗੱਲਾਂ ਉਜਾਗਰ ਹੋ ਰਹੀ ਹੈ। ਹੁਣ ਕਿਹਦੇ ਖਿਲਾਫ ਕੀ ਐਕਸ਼ਨ ਹੁੰਦਾ ਹੈ? ਭਗਵੰਤ ਮਾਨ ਵਾਕਈ ਉਸ ਜੇਲ੍ਹ ਨੂੰ ਜਾਂ ਸਾਰੀ ਜੇਲ੍ਹਾਂ ਨੂੰ ਡਰੱਗ ਫ੍ਰੀ ਬਣਾਉਂਦੇ ਨੇ, ਇਹ ਤੇ ਗੱਲ ਬਾਅਦ ਚ ਹੋਏਗੀ, ਪਰ ਇਹ ਮਾਮਲਾ ਕਾਫੀ ਸਿਆਸੀ ਤੌਰ ਤੇ ਵੀ ਉਛਲਿਆ ਹੋਇਆ। ਜੇਲ੍ਹ ਸੁਪਰਡੈਂਟ ਤਾਂ ਭਾਵੇਂ 100 ਦਾਅਵੇ ਕਰੀ ਜਾਣ ਵੀ ਅਸੀਂ, ਸਾਨੂੰ ਇਹ ਕਹਿੰਦੇ ਸੀ ਫੋਨ ਦੇ ਦਿਓ, ਜਿਵੇਂ ਤੁਸੀਂ ਕਹਿ ਰਹੇ ਹੋ, ਮੈਂ ਉਹ ਖਬਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਪਰ ਉਹ 5-4 ਫੋਨ ਤੇ ਰੱਖ ਕੇ ਬੈਠੇ ਸੀ, ਉਹ ਕਿੱਥੋਂ ਆ ਗਏ? ਤੁਸੀਂ ਤਾਂ ਦੇ ਹੀ ਨਹੀਂ ਸੀ ਰਹੇ ਉਹਨਾਂ ਨੂੰ, ਉਹ ਕਿਧਰੇ ਕਿਸੇ ਹੋਰ ਪਾਸਿਓਂ ਦੀ ਆ ਗਏ। ਇੰਨੀ ਸਿਕਿਉਰਿਟੀ ਅੰਦਰ ਤਾਂ ਪਰਿੰਦਾ ਪਰ ਨਹੀਂ ਮਾਰ ਸਕਦਾ ਜੇਲ੍ਹ ਦੇ ਪ੍ਰਬੰਧ ਤੋਂ ਬਿਨਾਂ। ਤੇ ਇੰਦਰਪ੍ਰੀਤ ਜੀ, ਇੱਕ ਛੋਟੀ ਜਿਹੀ ਟਿੱਪਣੀ ਇੱਥੇ ਵੀ ਦੇ ਦਿਓ, ਪਰ ਨਾਲ ਦੀ ਨਾਲ ਮੈਂ ਚਾਹੂੰਗਾ ਕਿ ਜਿਹੜੀ ਕਣਕ ਦੀ ਖਰੀਦ ਹੋ ਰਹੀ ਆ ਇਸ ਵਾਰੀ, ਕੇਂਦਰ ਸਿੱਧਾ ਇੱਥੋਂ ਉਹਨੂੰ ਗੋਦਾਮਾਂ 'ਚ ਭੇਜਣ ਦੀ ਬਜਾਏ ਚੁਕਾ ਕੇ ਲਿਜਾਣਾ ਚਾਹੁੰਦਾ। ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ, ਮੈਨੂੰ ਲੱਗਦਾ ਹੱਥੋਂ ਹੱਥ ਵੇਗੂ ਐਰਕਾ। ਲੋਕਾਂ ਨੇ ਕਹਿਣਾ ਜਿੰਨੀ ਆਉਂਦੀ ਸਾਰੀ ਵੇਚ ਦਿਓ, ਜਿਹੜੇ ਪੈਸੇ 4 ਘਰ ਨੂੰ ਆਉਂਦੇ ਆਉਣ ਦਿਓ। ਗੱਲ ਤੋਰੋ। ਹਰਿੰਦਾਵਾ, ਦੇਖੋ 2 ਚੀਜ਼ਾਂ ਨੇ ਇਹ ਇਸ਼ੂ ਦੇ ਉੱਤੇ। ਇੱਕ ਤਾਂ ਦੁਖਦਾਈ ਖਬਰ ਮੈਂ ਪਹਿਲਾਂ ਤੁਹਾਨੂੰ ਦੱਸਦਾ, ਇਸ ਇਸ਼ੂ ਨਾਲ ਕਿਉਂਕਿ ਜੁੜੀ ਹੋਈ ਹੈ, ਉਹ ਹੈ ਕਿ ਪਹਿਲਾਂ ਮੈਂ ਤੁਹਾਨੂੰ ਉਸ ਦਿਨ ਪ੍ਰੋਗਰਾਮ 'ਚ ਕਿਹਾ ਸੀ ਵੀ ਜਿਸ ਹਿਸਾਬ ਨਾਲ ਕਣਕ ਵਿਚ ਗਈ ਹੈ, ਉਸ ਨਾਲ ਮੈਨੂੰ ਇਹ ਲੱਗਦਾ ਕਿ ਸੁਸਾਈਡ ਕਿਸਾਨ ਜ਼ਿਆਦਾ ਕਰਨਗੇ। ਤੇ ਕੱਲ ਇੱਕ ਖਬਰ ਇਦਾਂ ਦੀ ਨਸ਼ਰ ਹੋਈ ਹੈ ਕਿ ਇੱਕ ਸਾਧੂ ਸਿੰਘ ਨਾਂ ਦੇ ਕਿਸਾਨ ਨੇ, 65 ਸਾਲ ਦਾ ਹੈਗਾ, ਭਲਾਈਆਣਾ ਪਿੰਡ ਹੈ ਬਠਿੰਡਾ ਕੋਲੇ, ਉਹਦੇ ਕਿਸਾਨ ਨੇ ਸੁਸਾਈਡ ਕਰ ਲਿਆ। ਇਹ ਬੜੀ ਦੁਖਦਾਈ ਖਬਰ ਹੈ ਕਿਉਂਕਿ ਉਹਨੇ 68,000 ਪਰ ਏਕੜ ਦੇ ਹਿਸਾਬ ਨਾਲ 25 ਕਿੱਲੇ ਜ਼ਮੀਨ ਜਿਹੜੀ ਹੈ ਉਹ ਠੇਕੇ ਤੇ ਲੈ ਰੱਖੀ ਸੀ। ਦੇਖੋ, ਇਹ ਜੇ ਇੰਨਾ ਜ਼ਿਆਦਾ ਠੇਕਾ ਹੋਊਗਾ ਤੇ ਤੁਸੀਂ ਦੋਨੋਂ ਫਸਲਾਂ ਵੀ ਬੰਪਰ ਕਰ ਲਓ, ਮੈਨੂੰ ਲੱਗਦਾ ਤਾਂ ਵੀ ਸ਼ਾਇਦ ਕਿਸਾਨਾਂ ਕੋਲੇ ਕੁਝ ਨਹੀਂ ਬਚਦਾ ਇਹਦੇ ਮਾਮਲੇ 'ਚ। ਪਰ ਇਹਦੇ ਕਾਰਨ, ਇਸ ਤੇ ਆਪਾਂ ਕਿਸੇ ਦਿਨ ਹੋਰ ਡਿਬੇਟ ਕਰਾਂਗੇ ਵੀ ਕਿਸਾਨ ਕਿਉਂ ਇੰਨੀ ਜ਼ਮੀਨ ਠੇਕਿਆਂ ਤੇ ਲੈਂਦੇ ਆ। ਜਿਹੜੀ ਆਹ ਖਬਰ ਆਈ ਹੈ ਦੂਜੀ, ਕਿ ਸਿੱਧੀ ਕਿਸਾਨ ਉਹ ਲੈ ਕੇ ਜਾਣਗੇ, ਇਹ ਮੈਨੂੰ ਲੱਗਦਾ ਕਿ ਪੰਜਾਬ ਦਾ ਵਿੱਚ ਥੋੜਾ ਜਿਹਾ ਫਾਇਦਾ ਜ਼ਰੂਰ ਹੋਏਗਾ। ਉਹ ਇਸ ਮਾਮਲੇ 'ਚ ਹੋਏਗਾ ਕਿ ਬਹੁਤ ਸਾਰਾ ਸਾਡੇ ਤੇ ਜਿਹੜਾ ਬੋਝ ਹੈ ਨਾ ਜੀ, ਉਹ ਟਰਾਂਸਪੋਰਟੇਸ਼ਨ ਦਾ ਪੈਂਦਾ। ਆਪਾਂ ਪਿਛਲੀ ਵਾਰ ਜ਼ਿਕਰ ਵੀ ਕੀਤਾ ਸੀਗਾ ਕਿ ਕਿਵੇਂ 300, 400, 400% ਜ਼ਿਆਦਾ ਟਰਾਂਸਪੋਰਟ ਦੇ ਠੇਕੇ ਇਹਨਾਂ ਨੂੰ ਦਿੱਤੇ ਜਾਂਦੇ ਆ। ਵੀ ਪਹਿਲਾਂ ਮੰਡੀਆਂ ਤੋਂ ਚੁੱਕ ਕੇ ਤੁਸੀਂ ਗੋਦਾਮਾਂ ਤੇ ਲੈ ਕੇ ਜਾਓ, ਫਿਰ ਗੋਦਾਮਾਂ ਤੋਂ ਬਾਅਦ ਫਿਰ ਦੁਬਾਰਾ ਚੱਕੋ ਤੇ ਉਹਨਾਂ ਨੂੰ ਰੇਲਵੇ ਯਾਰਡ ਤੇ ਲੈ ਕੇ ਜਾਓ। ਕਿਉਂਕਿ ਇਸ ਵਾਰ ਕਿਸਾਨਾਂ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਔਰ ਮੱਧ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਫਸਲ ਖਰਾਬ ਹੋਈ ਹੈ, ਇਹਦੇ ਨਾਲ 2024 ਦੇ ਵਿੱਚ ਜਿਹੜਾ ਅਸੀਂ ਸਸਤਾ ਅਨਾਜ ਦੇਣ ਦੀ ਇੱਕ ਉਹ ਜਿਹੜੀ ਯੋਜਨਾ ਦਿੱਤੀ ਹੋਈ ਹੈ, ਉਹਨੂੰ ਫਿਲ ਕਰਨਾ ਸਾਡੇ ਲਈ ਬੜਾ ਮੁਸ਼ਕਿਲ ਹੋ ਜਾਏਗਾ। ਦੇਖੋ, ਪੰਜਾਬ ਦੇ ਵਿੱਚ ਸਿਰਫ ਇਸ ਟਾਈਮ 2 ਲੱਖ ਟਨ ਕਣਕ ਰਹਿ ਗਈ ਹੈ, ਜਿਹੜਾ ਜਦੋਂ ਕਿ ਪਿਛਲੇ ਸਾਲ ਇਸੇ ਟਾਈਮ ਸਾਡੇ ਕੋਲ 40 ਲੱਖ ਟਨ ਸੀ ਤੇ ਅੱਜ ਸਿਰਫ 2 ਲੱਖ ਹੈ। ਇਹਦਾ ਮਤਲਬ ਹੈ ਕਿ ਜਿਹੜੀ ਕਣਕ ਘਟੀ ਹੈ, ਪਿਛਲੇ ਸਾਲ ਵੀ 15% ਘਟੀ ਸੀ, 185 ਲੱਖ ਟਨ ਦੇ ਕਰੀਬ ਆਂਦੀ ਹੈ, तो सारी 87 ਲੱਖ ਟਨ ਰਹਿ ਗਈ ਸੀ। ਕੁਝ ਕਿਸਾਨ ਆਪਣੇ ਕੋਲੇ ਵੀ ਰੱਖਦੇ ਆ, ਤੁਹਾਨੂੰ ਤਾਂ ਜ਼ਿਆਦਾ ਹੋਏਗਾ ਕਿ ਤੁਸੀਂ ਪਿੰਡਾਂ ਨਾਲ ਸੰਬੰਧਿਤ ਵਿਅਕਤੀ ਹੋ, ਕਿਉਂ ਫਾਰਮਰ ਬਹੁਤ ਸਾਰੀ ਆਪਣੀ ਬੀਜ ਵਾਸਤੇ, ਲੇਬਰ ਵਾਸਤੇ ਜਾਂ ਆਪਣੀ ਕੰਜ਼ੰਪਸ਼ਨ ਵਾਸਤੇ ਇਹਦੇ 'ਚ ਵੀ ਘੱਟੋ ਘੱਟ 40-45 ਲੱਖ ਟਨ ਰੱਖ ਲੈਂਦੇ ਆ।
ਐਤਕੀ ਜਿਹੜਾ ਸਾਡੇ ਕੋਲ ਆਉਣ ਦੀ ਉਮੀਦ ਹੈ, ਮੇਰੀ ਕੱਲ ਹੀ ਫੂਡ ਐਂਡ ਸਪਲਾਈ ਵਾਲਿਆਂ ਨਾਲ ਗੱਲ ਹੋਈ ਸੀ, ਤਾਂ ਉਹ ਕਹਿ ਰਹੇ ਸੀ ਕਿ ਜੀ ਦੇਖ ਟਾਰਗੇਟ ਤਾਂ ਅਸੀਂ ਸ਼ਾਇਦ ਅਚੀਵ ਕਰ ਲਾਂਗੇ ਜਾਂ ਨੇੜੇ ਤੇੜੇ ਤੱਕ ਤਾਂ ਚਲੇ ਜਾਵਾਂਗੇ, ਚਾਹੇ ਡੈਮੇਜ ਬਹੁਤ ਹੋ ਗਿਆ, ਕਿਉਂਕਿ ਜਿਹੜੇ ਫਾਰਮਰ ਨੇ ਉਹ ਇਸ ਵਾਰੀ ਰੱਖਣਗੇ, ਆ ਜਾਏਗੀ, ਕਿਉਂਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਣਕ, ਇਹ ਰੱਖਣ ਦੇ ਕਾਬਿਲ ਹੈ ਨਹੀਂ। ਇਸ ਕਰਕੇ ਗਵਰਨਮੈਂਟ ਵੀ ਇਹ ਸੋਚ ਰਹੀ ਹੈ ਕਿ ਜਿੰਨਾ ਜਲਦੀ ਅਨਾਜ ਮੂਵ ਕਰ ਸਕੀਏ ਆਪਾਂ ਇੱਥੋਂ, ਉਹਨਾਂ ਜਲਦੀ ਵਧੀਆ ਹੈ। ਪਿਛਲੇ ਸਾਲ ਵੀ ਸਾਨੂੰ 9000 ਦੇ ਕਰੀਬ ਰੈਕ ਮਿਲੇ ਸੀ। ਮੈਨੂੰ ਯਾਦ ਹੈ ਅਸੀਂ ਇਹ ਕਈ ਵਾਰੀ ਸਟੋਰੀਆਂ ਕੀਤੀਆਂ ਸੀ ਕਿ ਗਵਰਨਮੈਂਟ ਆਫ ਇੰਡੀਆ ਸਾਡੇ ਤੋਂ ਅਨਾਜ ਨਹੀਂ ਚੱਕਦੀ, ਤੇ ਜਿਹੜਾ ਅਨਾਜ ਇੱਥੇ ਹੀ ਰਹਿ ਜਾਂਦਾ ਹੈ ਉਹਦਾ ਜਿਹੜਾ ਫਿਰ ਸਾਨੂੰ ਵਿਆਜ ਪੈਂਦਾ ਹੈ, ਕਿਉਂਕਿ ਗਵਰਨਮੈਂਟ ਆਫ ਇੰਡੀਆ ਸਾਨੂੰ 3 ਮਹੀਨੇ ਦਾ ਤਾਂ ਵਿਆਜ ਦਿੰਦੀ ਹੈ, ਬਾਕੀ ਜੇ ਉਸ ਤੋਂ ਜ਼ਿਆਦਾ ਟਾਈਮ ਤੇ ਰਹਿ ਜੇ ਉਹਦਾ ਵਿਆਜ ਵੀ ਸਾਨੂੰ ਝੇਲਣਾ ਪੈਂਦਾ ਹੈ। ਉਹ ਜਿਹੜਾ 31000 ਕਰੋੜ ਦਾ ਆਪਣੇ ਕੋਲ ਪਹਿਲਾਂ ਹੀ ਇੱਕ ਬੋਝ ਹੈ, ਮੈਨੂੰ ਲੱਗਦਾ ਕਿ ਉਸ ਅਮਾਉਂਟ 'ਚ ਥੋੜਾ ਹੁਣ ਇਸ ਸਾਲ ਨੀਵਾ ਪਊਗਾ। ਪਰ ਮੈਂ ਫਿਰ ਵੀ ਫਾਰਮਰਸ ਨੂੰ ਕਹੂੰਗਾ ਕਿ ਜੇ ਜਿਨ੍ਹਾਂ ਦੀ ਕਣਕ ਚੰਗੀ ਹੈ ਔਰ ਰੱਖਣ ਯੋਗ ਹੈ, ਉਹ ਮੰਡੀਆਂ 'ਚ ਨਾ ਲੈ ਕੇ ਜਾਣ। ਪਹਿਲੀ ਵਾਰ ਉਹਨਾਂ ਦੀ ਬੁੱਕਤ ਪਊਗੀ, ਚੀਜ਼ ਦੀ ਕੀਮਤ ਪਹਿਲੀ ਵਾਰ ਅਹਿਸਾਸ ਹੋਊਗਾ ਗਵਰਨਮੈਂਟ ਨੂੰ। 3 ਖੇਤੀ ਕਾਨੂੰਨ ਜਦੋਂ ਲੈ ਕੇ ਆਏ ਸੀ ਨਾ, ਉਹਦੇ 'ਚ ਸਭ ਤੋਂ ਵੱਡਾ ਇਹੀ ਸੀਗਾ ਕਿ ਸਾਡੇ ਕੋਲ ਬਹੁਤ ਪਈ ਹੈ, ਇੰਨੀ ਲੋੜ ਹੀ ਨਹੀਂ ਹੈ ਸਾਨੂੰ, ਤਾਂ ਅਸੀਂ 3-4 ਸਾਲ ਚਲਾ ਸਕਦੇ ਹਾਂ। ਮੈਂ ਉਦੋਂ ਵੀ ਟੀਵੀ ਡਿਬੇਟਸ ਤੇ ਕਿਹਾ ਸੀ ਵੀ 1 ਸਾਲ ਵੀ ਨਹੀਂ ਚੱਲਣਾ, ਜੇ 1 ਸਾਲ ਵੀ ਘਟ ਗਈ ਤਾਂ ਇਹਨਾਂ ਤੋਂ ਸਾਡੀ 66 ਵਾਲੀ ਸਥਿਤੀ ਕਰ ਦੇਣਗੇ। 1 ਸਾਲ ਵੀ ਚੱਲਣ ਦੇ ਯੋਗ ਅਸੀਂ ਹੈ ਨਹੀਂ ਹੈ। 135 ਕਰੋੜ ਲੋਕਾਂ ਨੂੰ ਕਣਕ ਮੁਹੱਈਆ ਕਰਾਉਣਾ ਕੋਈ ਸੌਖੀ ਖੇਲ ਨਹੀਂ ਹੁੰਦੀ, ਤੇ ਮੈਨੂੰ ਲੱਗਦਾ ਕਿ ਅੱਜ ਸਥਿਤੀ ਉਹ ਆ ਗਈ ਹੈ। ਇਸ ਟਾਈਮ ਮੈਨੂੰ ਲੱਗਦਾ ਕਿ ਜੇ ਖਰਾਬ ਹੋਈ ਵੀ ਹੋਊਗੀ ਤਾਂ ਉਹ ਗਵਰਨਮੈਂਟ ਆਫ ਇੰਡੀਆ ਹਰ ਹਾਲਤ 'ਚ ਚੱਕੇ। ਮੈਨੂੰ ਇਹ ਵੀ ਲੱਗ ਰਿਹਾ ਕਿ ਕੇਂਦਰ ਸਰਕਾਰ ਅਗਲੇ ਸਾਲਾਂ ਦੇ ਵਿੱਚ ਬਾਕੀ ਸੂਬਿਆਂ 'ਚ ਜਿੱਥੇ ਚੌਲ ਤੇ ਕਣਕ ਉਗਾਏ ਜਾ ਸਕਦੇ ਆ, ਉੱਥੇ ਕੋਸ਼ਿਸ਼ ਕਰੇਗੀ ਕਿ ਉਹਨਾਂ ਨੂੰ MSP ਮੁਹੱਈਆ ਕਰਾ ਕੇ ਪੰਜਾਬ ਤੇ ਨਿਰਭਰਤਾ ਘਟਾਵੇ। ਇੰਜ ਲੱਗ ਰਿਹਾ ਜਿਸ ਤਰੀਕੇ ਨਾਲ ਇਸ ਵਾਰੀ ਤਾਂ ਉਹਨਾਂ ਨੇ ਫੈਸਲਾ ਲਿਆ, ਲੇਕਿਨ ਇਹ ਏਡਾ ਆਸਾਨ ਨਹੀਂ ਰਹਿਣ ਵਾਲਾ, ਕਾਫੀ ਅਹਿਮ ਮਾਮਲੇ ਹੈ। ਮੇਰੇ ਖਿਆਲ ਇੰਦਰਪ੍ਰੀਤ ਕੁਝ ਕਹਿਣਾ ਚਾਹ। ਇਹਦੇ 'ਚ ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਸੀਂ ਨਿਰਭਰਤਾ ਦੀ ਗੱਲ ਕੀਤੀ ਹੈ ਦੂਸਰੀਆਂ ਸਟੇਟਾਂ ਦੇ ਵਿੱਚ, ਰੰਧਾਵਾ ਸਾਹਿਬ, ਉਹਦੇ 'ਚ ਤੁਹਾਨੂੰ ਯਾਦ ਹੋਊਗਾ ਜਦੋਂ 2008 ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਸੰਕਟ ਆਇਆ ਸੀਗਾ। ਪੰਜਾਬ ਦੀ ਤੇ ਹਰਿਆਣੇ ਦੀ 30% ਕਣਕ ਘਟ ਗਈ ਸੀ ਸਿਰਫ ਗਰਮੀ ਕਰਕੇ। ਤੇ ਤੁਹਾਨੂੰ ਯਾਦ ਹੈ ਉਦੋਂ ਸ਼ਰਦ ਪਵਾਰ ਸੈਂਟਰ ਦੇ ਮਿਨਿਸਟਰ ਸੀ, ਉਹ ਚੰਡੀਗੜ੍ਹ ਆ ਕੇ ਬੈਠ ਗਏ ਸੀ ਪੂਰੇ 1 ਹਫ਼ਤੇ ਲਈ, ਔਰ ਉਹਨਾਂ ਨੇ ਕਿਹਾ ਸੀ ਵੀ ਇੱਕ ਵੀ ਪ੍ਰਾਈਵੇਟ ਕੰਪਨੀ ਸਰਕਾਰੀ ਮੰਡੀਆਂ ਦੇ ਵਿੱਚ ਐਂਟਰ ਨਹੀਂ ਕਰੇਗੀ। ਸਾਰੀ ਦੀ ਸਾਰੀ ਜਿਹੜੀ ਕਣਕ ਹੈਗੀ ਹੈ ਉਹ ਸਟੇਟ ਏਜੰਸੀਆਂ ਔਰ ਗਵਰਨਮੈਂਟ ਦੀਆਂ ਏਜੰਸੀਆਂ ਚੁੱਕਣਗੀਆਂ, ਅਸੀਂ ਇੱਕ ਦਾਣਾ ਵੀ ਨਹੀਂ ਖਰੀਦਣ ਦੇਣਾ। ਤਾਂ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ITC ਵਰਗੀਆਂ ਜਾਂ ਕਾਰਗਿਲ ਵਰਗੀਆਂ, ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਤੇ ਦਬਾਅ ਬਣਾਇਆ ਸੀ ਕਿ ਨਹੀਂ ਜੀ, ਇਸ ਤਰ੍ਹਾਂ ਦਾ ਸਾਡਾ ਸਾਰਾ ਜਿਹੜਾ ਕਾਰੋਬਾਰ ਤਬਾਹ ਹੋ ਜਾਏਗਾ ਜੇ ਤੁਸੀਂ ਸਾਨੂੰ ਇੱਕ ਵੀ ਕਣਕ ਦੀ ਖਰੀਦਣ ਨਹੀਂ ਦਿੱਤਾ। ਤਾਂ ਗਵਰਨਮੈਂਟ ਆਫ ਇੰਡੀਆ ਨੇ, ਡਾਕਟਰ ਮਨਮੋਹਨ ਸਿੰਘ ਸੀ ਮੈਨੂੰ ਯਾਦ ਆ, ਉਦੋਂ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ, ਸਿਰਫ 25000 ਟਨ ਕਣਕ ਤੁਸੀਂ ਜਿਹੜੀ ਹੈਗੀ ਹੈ ਉਹ ਖਰੀਦ ਸਕਦੇ ਹੋ, ਪਰ ਤੁਹਾਨੂੰ ਇਹ ਦੱਸਣਾ ਪਊਗਾ ਕਿ ਤੁਸੀਂ ਉਹ ਰੱਖੀ ਕਿੱਥੇ ਹੈ, ਤਾਂ ਕਿ ਜੇ ਕੱਲ ਕੰਟਰੀ ਦੇ ਸਾਹਮਣੇ ਸੰਕਟ ਆ ਜੇ ਤਾਂ ਅਸੀਂ ਉੱਥੋਂ ਚੁੱਕ ਸਕੀਏ। ਪਰ ਜਿਹੜੇ 3 ਖੇਤੀ ਕਾਨੂੰਨ ਆਏ ਸੀ, ਉਹਦੇ 'ਚ ਇੱਕ ਕਾਨੂੰਨ ਇਹ ਜਿਹਾ ਹੀ ਸੀਗਾ ਜਿਹਦੇ ਵਿੱਚ ਇਹ ਕਿਹਾ ਸੀ ਵੀ ਪ੍ਰਾਈਵੇਟ ਸੈਕਟਰ ਜਿੰਨੀ ਮਰਜ਼ੀ ਖਰੀਦ ਕਰ ਲੇ ਤੇ ਜਿੱਥੇ ਮਰਜ਼ੀ ਰੱਖ ਲੈ, ਉਹਨੂੰ ਗਵਰਨਮੈਂਟ ਨੂੰ ਦੱਸਣ ਦੀ ਲੋੜ ਨਹੀਂ। ਇਹ 10 ਸਾਲ ਦੇ ਵਿੱਚ ਬਦਲਾਅ ਇਸੇ ਕਰਕੇ ਆਇਆ ਸੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਤੇ ਹਰਿਆਣਾ ਤੋਂ ਹਟਾ ਕੇ ਧਿਆਨ ਮੱਧ ਪ੍ਰਦੇਸ਼ ਵੱਲ ਕੀਤਾ ਸੀਗਾ, ਕਿ ਮੱਧ ਪ੍ਰਦੇਸ਼ ਨੂੰ ਕਿਹਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਣਕ ਉਗਾਓ। ਤੇ ਉਹਦਾ ਹੀ ਨੁਕਸਾਨ ਸਾਨੂੰ ਇਹ ਹੋਇਆ ਸੀ ਕਿ ਪਿਛਲੇ ਜਿਹੜੇ 8-10 ਸਾਲ ਨੇ ਉਹਦੇ ਵਿੱਚ ਪੰਜਾਬ ਦੀ ਕਣਕ ਦੀ ਜ਼ਿਆਦਾ ਬੁੱਕਤ ਪਈ ਨਹੀਂ, ਔਰ ਸਾਡੇ ਗੋਦਾਮ ਨੱਕੋ ਨੱਕ ਭਰੇ ਰਹਿ ਗਏ। ਬਹੁਤ ਸਾਰੀਆਂ ਜਗ੍ਹਾ ਤੇ ਖਰਾਬ ਵੀ ਹੋਇਆ ਸਮਾਨ ਇਹਦੇ ਵਿੱਚ। ਜੀ, ਇਹੀ ਰੌਲੇ ਅਜੇ ਵੀ ਆ ਕਾਰਪੋਰੇਟ ਦੇ। ਕਈ ਜਗ੍ਹਾ ਤੇ ਸਾਈਲੋ, ਉਹਦੇ ਖਿਲਾਫ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਕਿ ਅੰਦਰ ਹੀ ਮੰਡੀ ਤੁਸੀਂ ਬਣਾਤੀ ਆ, ਅੰਦਰ ਹੀ ਸਾਰਾ ਕੁਝ ਹੋ ਰਿਹਾ। ਸੋ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ। ਸਾਈਲੋ ਇੱਕ ਸੈਂਟਰ ਬਣ ਰਹੇ ਆ। ਹੁਣ ਕਾਰਪੋਰੇਟ ਨੇ ਤਾਂ ਐਵੇਂ ਹੀ ਚੱਲਣਾ ਹੈ ਜਿਵੇਂ ਉਹਨੂੰ ਚੱਲਣ ਦੀ ਆਦਤ ਹੈ। ਖੈਰ, ਆਪਾਂ ਬਹੁਤ ਅੱਗੇ ਲੰਘ ਆਏ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।